मैं 1984 ਦੇ ਵਿੱਚ ਜਦੋਂ ਘੱਲੂਘਾਰਾ ਹੋਇਆ ਮੈਂ ਜਰਮਨੀ ਦੇ ਵਿੱਚ ਸੀ। ਉੱਥੇ ਜਰਮਨ ਜਿਹੜਾ ਟੀਵੀ ਸੀ ਉਸ 'ਤੇ ਬੜੀ ਖਬਰ ਆਉਂਦੀ ਸੀ। ਮੈਨੂੰ ਜ਼ਬਾਨ ਨਾਲ ਬਹੁਤੀ ਫੈਮਿਲੀਅਰਿਟੀ ਥੋੜ੍ਹੀ ਮੈਂ ਜ਼ਬਾਨ ਸਮਝ ਲੈਂਦਾ ਸੀ। ਮੈਨੂੰ ਇਸ ਤਰ੍ਹਾਂ ਲੱਗਿਆ ਮਾਨੋ ਸਿੱਖੀ ਖਤਮ ਹੀ ਹੋਣ ਵਾਲੀ। ਸਿੱਖੀ ਇੱਕ ਐਸੇ ਟਰਨਿੰਗ ਪੁਆਇੰਟ 'ਤੇ ਖੜੀ ਹੈ ਕਿ ਇਸ ਦਾ ਜੇ ਸਹੀ ਸੋਲਿਊਸ਼ਨ ਸਿੱਖ ਨਾ ਕੱਢ ਸਕੇ ਤਾਂ ਹੋ ਸਕਦਾ ਸਿੱਖੀ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਖੜਾ ਹੋ ਜਾਏ। ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਅਵਸਥਾ ਹੋਈ। ਮੈਂ ਉਸ ਤੋਂ ਬਾਅਦ ਅਮਰੀਕਾ ਚਲਿਆ ਗਿਆ। ਮੇਰਾ ਹਿੰਦੁਸਤਾਨ ਜਾਣ ਨੂੰ ਜੀ ਨਾ ਕੀਤਾ। ਮੈਂ ਨੌਕਰੀ ਵੀ ਕਰਦਾ ਸੀ, ਪਰ ਦੂਸਰੇ ਤੁਹਾਨੂੰ ਪਤਾ ਇਹਨਾਂ ਮੁਲਕਾਂ 'ਚ ਰਹਿਣਾ ਬਹੁਤ ਔਖਾ, ਔਰ ਜਿਹੜਾ ਖਾਸ ਤੌਰ 'ਤੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹੋਵੇ ਉਸ ਨੂੰ ਨੌਕਰੀ ਜਿਹੜੀ ਆ ਮੈਨੂਅਲ ਲੇਬਰ ਆ ਇਹ ਕਰਨੀ ਬਹੁਤ ਔਖੀ ਲੱਗਦੀ। ਮੈਨੂੰ ਇੱਕ ਨਫ਼ਰਤ ਜੀ ਹੋ ਗਈ ਹਿੰਦੁਸਤਾਨ ਦੇ ਨਾਲ। ਮੈਨੂੰ ਇੱਕ ਘਿਰਨਾ ਹੋ ਗਈ ਹਿੰਦੂਆਂ ਦੇ ਨਾਲ ਤੇ ਜਿਹੜੇ ਲੋਕ ਹਿੰਦੁਸਤਾਨ ਦੇ ਵਿੱਚ ਰਾਜ ਕਰਦੇ ਸੀ ਉਹਨਾਂ ਦੇ ਨਾਲ। ਮੇਰੇ ਮਨ ਦੇ ਵਿੱਚ ਐਸੀ ਅਵਸਥਾ ਆਈ। ਮੈਂ ਉੱਥੇ ਇੱਕ ਜੂਸ਼ ਫਿਲਮ ਦੇਖੀ, ਜੈਰੂਸਲਮ ਤੇ ਰੋਮਨਸ ਦੇ ਅਟੈਕ ਵਕਤ। ਤਾਂ ਮੈਂ ਬੈਠੇ ਬੈਠੇ ਇੱਕ ਦਿਨ ਇੱਕ ਬਹੁਤ ਲੰਬੀ ਚਿੱਠੀ ਲਿਖ ਦਿੱਤੀ ਉਸ ਵੇਲੇ ਦੇ ਡਾਇਰੈਕਟਰ ਨੂੰ। ਉਸ ਵੇਲੇ ਈਮੇਲ ਇਸ ਕਿਸਮ ਦੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ। ਉਹ ਮੈਂ ਚਿੱਠੀ ਲਿਖ ਦਿੱਤੀ ਬੜੀ ਡਿਟੇਲ ਦੇ ਵਿੱਚ ਕਿ ਬਈ ਆਹ ਸਿੱਖਾਂ ਨਾਲ ਹੋਇਆ ਤੇ ਇਸ ਟ੍ਰੈਜੇਡੀ ਤੇ ਤੁਸੀਂ ਕੋਈ ਫਿਲਮ ਬਣਾ ਸਕਦੇ ਹੋ। ਬੜੀ ਦਿਲਚਸਪ ਗੱਲ ਹੈ ਕਿ ਉਸ ਦਾ ਮੈਨੂੰ ਜਵਾਬ ਆਇਆ। ਉਹ ਇੰਨਾ ਪ੍ਰਭਾਵਿਤ ਹੋ ਗਿਆ ਚਿੱਠੀ ਤੋਂ ਕਿ ਉਸ ਦਾ ਮੈਨੂੰ ਜਵਾਬ ਆਇਆ ਕਿ ਤੁਸੀਂ ਮੈਨੂੰ ਮਿਲੋ। ਮੈਂ ਨਿਊਯਾਰਕ ਸੀ, ਉਹ ਤੁਹਾਨੂੰ ਪਤਾ ਵੀ ਹਾਲੀਵੁੱਡ ਲਾਸ ਐਂਜਲਸ ਦੇ ਕੋਲ ਬਹੁਤ ਦੂਰ। ਮੇਰੇ ਕੋਲ ਇੰਨਾ ਸਾਧਨ ਵੀ ਨਹੀਂ ਸੀ। ਖੈਰ ਨਹੀਂ ਹੋ, ਮੈਂ ਆਪਣਾ ਮਨ ਬਣਾ ਲਿਆ। ਮੈਂ ਕਿਹਾ ਵੀ ਉਹਨੂੰ ਮਿਲਣਾ ਜ਼ਰੂਰ ਹੈ। ਤਾਂ ਉਸ ਵੇਲੇ ਇੱਕ ਐਕਸਪ੍ਰੈਸ ਏਅਰਵੇਜ਼ ਸੀ, ਬੜੀ ਤੁਸੀਂ ਨਹੀਂ ਸ਼ਾਇਦ ਉਦੋਂ ਜਾਣੂ ਨਹੀਂ ਹੋਵੋਗੇ। ਉਸ ਰੇਲਵੇ ਉਸ ਏਅਰਲਾਈਨ 'ਚ ਕੋਈ ਬੁਕਿੰਗ ਨਹੀਂ ਸੀ ਹੁੰਦੀ। ਬਈ ਜਿਵੇਂ ਆਪਾਂ ਚੰਡੀਗੜ੍ਹ ਦੇ ਵਿੱਚ ਜਾਂ ਪੰਜਾਬ 'ਚ ਬੱਸ ਦੇ ਅੱਡੇ 'ਤੇ ਖੜ੍ਹ ਜਾਈਏ, ਜਿਹੜਾ ਚੜ੍ਹ ਗਿਆ ਚੜ੍ਹ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਉਹ $30 ਉਸ ਵੇਲੇ ਉਸ ਡਿਸਟੈਂਸ ਦਾ ਲੈਂਦੇ ਸੀ। ਖਾਣ ਪੀਣ ਨੂੰ ਕੁਛ ਨਹੀਂ ਸੀ ਦਿੰਦੇ। ਮੈਂ ਉਹਦੇ 'ਤੇ ਚੜ੍ਹ ਕੇ ਉੱਥੇ ਪਹੁੰਚ ਕੇ ਖਰਾ ਨਹੀਂ ਹੋ। ਉਸ ਨੇ ਮੈਨੂੰ ਇੱਕ ਗੱਲ ਕਹੀ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ, ਜਿਹੜੀ ਬਹੁਤ ਸਿਗਨੀਫੀਕੈਂਟ ਗੱਲ ਹੈ। ਉਹਨੇ ਮੈਨੂੰ ਇਹ ਗੱਲ ਕਹੀ ਕਿ ਜੋ ਤੁਹਾਡੇ ਨਾਲ ਬੀਤਿਆ ਔਰ ਉਸ ਨੂੰ ਤੁਸੀਂ ਸਾਈਕੋਲੋਜੀਕਲੀ ਹੰਢਾਇਆ ਜਾਂ ਫਿਜ਼ੀਕਲੀ ਹੰਢਾਇਆ ਜਾਂ ਆਪਣੇ ਵਿਚਾਰਾਂ ਨਾਲ ਹੰਢਾਇਆ, ਇਹ ਦੂਸਰਾ ਕੋਈ ਹੋਰ ਬਿਆਨ ਨਹੀਂ ਕਰ ਸਕਦਾ। ਇਸ ਨੂੰ ਦੂਸਰਾ ਅਨੁਭਵ ਨਹੀਂ ਕਰ ਸਕਦਾ, ਰੀਅਲਾਈਜ਼ ਨਹੀਂ ਕਰ ਸਕਦਾ। ਉਹ ਫੀਲਿੰਗਸ ਨਹੀਂ ਉਸ ਦੇ ਵਿੱਚ ਹੋ ਸਕਦੀਆਂ। ਤੋ ਇਸ ਦਾ ਇਹੀ ਤਰੀਕਾ ਹੈ। ਉਹ ਥੋੜ੍ਹਾ ਬਹੁਤਾ ਮੇਰੀ ਅੰਗਰੇਜ਼ੀ ਤੋਂ ਵੀ ਇੰਪ੍ਰੈਸ ਹੋ ਗਿਆ। ਉਹ ਕਹਿਣ ਲੱਗਿਆ ਤੁਸੀਂ ਇਹ ਕੰਮ ਕਰੋ। ਮੈਂ ਕਿਹਾ ਵੀ ਮੇਰੀ ਇੰਨੀ ਸਮਰੱਥਾ ਨਹੀਂ, ਮੈਂ ਆਪਣੇ ਆਪ ਨੂੰ ਇੰਨਾ ਕਾਬਲ ਨਹੀਂ ਸਮਝਦਾ, ਮੇਰੇ 'ਚ ਮੈਂ ਸਮਝਦਾ ਇੰਨੀ ਲਿਆਕਤ ਨਹੀਂ। ਉਹ ਮੈਨੂੰ ਕਹਿਣ ਲੱਗਿਆ ਵੀ ਮੈਂ ਤੇਰੀ ਚਿੱਠੀ 3 ਵਾਰੀ ਪੜ੍ਹੀ ਹੈ ਐਂਡ ਆਈ ਐਮ ਮੂਵਡ, ਵੀ ਮੇਰੇ ਦਿਲ 'ਤੇ ਬੜਾ ਪ੍ਰਭਾਵ ਹੋਇਆ, ਮੈਂ ਮੂਵ ਹੋ ਗਿਆ। ਤੇਰੀ ਰਾਈਟਿੰਗ 'ਚ ਬੜੀ ਸਕਿੱਲ ਆ। ਮੈਂ ਉਸ ਤੋਂ ਪਹਿਲਾਂ ਬਹੁਤਾ ਕੁਛ ਲਿਖਿਆ ਨਹੀਂ ਸੀ, ਮਾਫ਼ ਕਰਨਾ, ਮੈਂ ਸਾਫ਼ ਸੁਥਰੀ ਤੁਹਾਨੂੰ ਗੱਲ 'ਚ ਦੱਸਦਾ। ਮੈਂ ਉਸ ਤੋਂ ਇੰਪ੍ਰੈਸ ਹੋ ਗਿਆ। ਮੈਂ ਕਿਹਾ ਵੀ ਹੋ ਸਕਦਾ। ਮੈਂ ਘਰੇ ਆਇਆ, ਵਾਪਸ ਆ ਗਿਆ ਆਪਣੀ ਜਗ੍ਹਾ ਦੇ ਉੱਤੇ। ਫਿਰ ਮੈਂ ਹਿੰਦੁਸਤਾਨ ਚਲਿਆ ਗਿਆ, ਆਪਣੀ ਨੌਕਰੀ ਜੁਆਇਨ ਕਰ ਲਈ। ਮੈਂ ਆਪਣੀ ਵਾਈਫ ਨਾਲ ਗੱਲ ਕੀਤੀ, ਉਹ ਇੰਗਲਿਸ਼ ਪੜ੍ਹਾਉਂਦੀ ਰਹੀ ਆ ਉੱਥੇ ਕਾਲਜ ਦੇ ਵਿੱਚ। ਉਹ ਮੈਨੂੰ ਕਹਿਣ ਲੱਗੀ ਵੀ ਇਹ ਥੋਤੋਂ ਬਗੈਰ ਕਿਸੇ ਤੋਂ ਹੋਣਾ ਨਹੀਂ। ਮੈਂ ਕਿਹਾ ਮੈਂ ਤਾਂ ਹਾਲੇ ਤੱਕ ਬਹੁਤ ਕੁਛ ਲਿਖਿਆ ਹੀ ਨਹੀਂ। ਉਹਨੇ ਮੈਨੂੰ ਇੱਕ ਗੱਲ ਸੁਣਾਈ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰੀ ਵਾਈਫ ਨੇ। ਉਹ ਕਹਿੰਦੀ ਜੇ ਬੋਲਣਾ ਹੋਵੇ, ਬੋਲਣਾ ਸਿੱਖਣਾ ਹੋਵੇ, ਸਟੇਜ ਦੇ ਉੱਤੇ ਜਾ ਕੇ ਸਟੇਜ 'ਤੇ ਬੋਲਣ ਲੱਗ ਜਾਓ। ਜੇ ਲਿਖਣਾ ਹੋਵੇ, ਕਿਸੇ ਬਹੁਤ ਵੱਡੇ ਰਾਈਟਰ ਨੇ, ਇੰਗਲਿਸ਼ ਦੇ ਰਾਈਟਰ ਨੇ ਕਿਹਾ, ਪੈਨ ਚੱਕ ਲਓ ਅਤੇ ਕਾਗਜ਼ ਚੱਕ ਲਓ ਅਤੇ ਲਿਖਣਾ ਸ਼ੁਰੂ ਕਰ ਦਿਓ। ਬੜੀ ਖੂਬਸੂਰਤ ਗੱਲ ਮੇਰੀ ਵਾਈਫ ਨੇ ਮੈਨੂੰ ਦੱਸੀ। ਮੈਂ ਕਿਹਾ ਇਟਸ ਫਾਈਨ। ਹੁਣ ਉਹ ਮੈਂ ਕਿਤਾਬ ਲਿਖੀ, ਇੰਡੀਆ ਕਮਿਟਸ ਸੁਸਾਈਡ। ਇਹ ਸਾਰੇ ਘਟਨਾਕ੍ਰਮ ਨੂੰ ਬਿਆਨ ਕਰਦੀ ਆ। ਗੁਰੂ ਨਾਨਕ ਤੋਂ ਲੈ ਕੇ ਕੀ ਸਿੱਖ ਫਿਲਾਸਫੀ ਕੀ ਹੈ, ਸਿੱਖ ਥਿਓਲੋਜੀ ਕੀ ਹੈ,
ਗੁਰੂ ਨਾਨਕ ਕੀ ਕਹਿੰਦਾ, ਕੀ ਮੈਸੇਜ ਦਿੰਦਾ, ਅਕਾਲ ਤਖਤ ਕੀ ਆ, ਸਿੱਖ ਕੌਣ ਆ, ਇਹ ਸਾਰੀ ਘਟਨਾਕ੍ਰਮ ਮੈਨੇ 417 ਪੇਜਾਂ ਦੇ ਵਿੱਚ ਉਹ ਛਾਪਿਆ। ਤਾਂ ਉਸ ਦੇ ਵਿੱਚ ਇੱਕ ਸਵਾਲ ਆਇਆ ਵੀ ਗੁਰਦੁਆਰਾ ਕਿਉਂ ਗੁਰਦੁਆਰੇ ਤੇ ਅਟੈਕ ਕੀਤਾ, ਔਰ ਗੁਰਦੁਆਰਾ ਹੈ ਕੀ, ਇਹਨੂੰ ਤਾਂ ਪਛਾਣੀਏ। ਗੁਰਦੁਆਰਾ ਕਹਿ ਦੇਣਾ, ਜਾ ਕੇ ਮੱਥਾ ਟੇਕ ਦੇਣਾ, ਲੰਗਰ ਛਕ ਲੈਣਾ, ਸ਼ਬਦ ਸੁਣ ਲੈਣਾ, ਕੀਰਤਨ ਸੁਣ ਲੈਣਾ, ਆ ਜਾਣਾ, ਦਿਸ ਇਜ਼ ਨਾਟ ਐਨਫ। ਮੈਂ ਕਿਹਾ ਵੀ ਇਹ ਹਰ ਗੱਲ ਦੀ, ਮਾਫ ਕਰਨਾ ਤੁਸੀਂ ਮੇਰੀ ਕਿਤਾਬ ਪੜ੍ਹੋਗੇ, ਹਰ ਗੱਲ ਦੀ ਮੈਂ ਤਹਿ ਵਿੱਚ ਜਾ ਕੇ ਕੋਸ਼ਿਸ਼ ਕੀਤੀ ਹੈ ਕਿ ਉਸ ਨੂੰ ਉਧੇੜ ਕੇ ਰੱਖਾਂ। ਹਿਸਟੋਰੀਅਨ ਦਾ ਇੱਕ ਹਿਸਟਰੀ ਕਰਾਫਟ ਹੈ। ਮੈਂ ਕਿਹਾ ਵੀ ਭਾਈ ਗੁਰਦਾਸ ਨੂੰ ਦੇਖੋ ਸ਼ੁਰੂ ਗੱਲ ਵੀ ਉਹ ਕੀ ਕਹਿੰਦਾ ਗੁਰਦੁਆਰੇ ਬਾਰੇ। ਗੁਰਦੁਆਰੇ ਦਾ ਲਫ਼ਜ਼ ਬਾਅਦ 'ਚ ਆਇਆ, ਪਹਿਲਾਂ ਗੁਰਦੁਆਰੇ ਨੂੰ ਧਰਮਸ਼ਾਲ ਕਹਿੰਦੇ ਸੀ। ਜੇ ਤੁਸੀਂ ਭਾਈ ਗੁਰਦਾਸ ਪੜ੍ਹਿਆ ਹੋਵੇਗਾ, ਤੁਸੀਂ ਸਾਰਿਆਂ ਨੇ ਆਪਣੇ ਜੱਥੇ ਵਾਲੇ ਇਹਨਾਂ ਨੇ ਤਾਂ ਜ਼ਰੂਰ ਪੜ੍ਹਿਆ ਹੋਣਾ, ਤਾਂ ਉਹ ਕੀ ਕਹਿ ਰਿਹਾ, ਧਰਮਸ਼ਾਲ ਹੈ ਕੀ ਚੀਜ਼। ਉਹ ਕਹਿੰਦਾ, ਭਾਈ ਗੁਰਦਾਸ ਕਹਿੰਦਾ ਧਰਮਸ਼ਾਲ ਇੱਕ ਮਾਨ ਸਰੋਵਰ ਹੈ, ਔਰ ਜਿੱਥੇ ਜਿਹੜੇ ਸਿੱਖ ਆ, ਜਿਸ ਤਰ੍ਹਾਂ ਸਵੈਨਸ ਕਹਿੰਦੇ ਨਾ, ਹੰਸ ਜਾ ਰਹੇ ਆ ਡਾਰਾਂ ਦੇ ਵਿੱਚ, ਉੱਥੇ ਜਾਂਦੇ ਹੰਸ ਕਹਿੰਦੇ ਆ, ਮਾਨ ਸਰੋਵਰ ਝੀਲ 'ਚ ਜਾਂਦੇ ਆ, ਔਰ ਉੱਥੇ ਮੋਤੀ ਚੁਗਦੇ ਆ, ਹੋਰ ਕੁਛ ਉਹ ਖਾਂਦੇ ਨਹੀਂ। ਇਟਸ ਅ ਵੈਰੀ ਬਿਊਟੀਫੁਲ ਐਕਸਪ੍ਰੈਸ਼ਨ, ਬੜਾ ਖੂਬਸੂਰਤ ਡਿਸਕ੍ਰਿਪਸ਼ਨ ਆ, ਜਿਹਨੂੰ ਮੈਂ ਸਮਝਦਾ ਕੋਈ ਹੋਰ ਨਹੀਂ ਦੇ ਸਕਿਆ। ਹੌਲੀ ਹੌਲੀ ਇਹ ਮੈਨੂੰ ਨਹੀਂ ਪਤਾ ਲੱਗਿਆ ਕਿ ਕਦੋਂ ਸਿੱਖਾਂ ਨੇ ਧਰਮਸ਼ਾਲ ਦੀ ਜਗ੍ਹਾ ਗੁਰਦੁਆਰਾ ਕਹਿਣਾ ਸ਼ੁਰੂ ਕਰ ਦਿੱਤਾ। ਇਹ ਮੈਨੂੰ ਮੇਰੇ ਜ਼ਿਹਨ 'ਚ ਆਇਆ ਨਹੀਂ, ਜੇ ਕਿਸੇ ਦੇ ਆਇਆ ਹੋਵੇ ਮੈਂ ਉਸਦਾ ਸ਼ੁਕਰਗੁਜ਼ਾਰ ਹੂੰ, ਮੈਨੂੰ ਦੱਸ ਦੇਵੇ। ਆ ਗਿਆ, ਐਵੋਲੂਸ਼ਨ ਦੇ ਵਿੱਚ ਆ ਗਿਆ, ਟਾਈਮ ਪਾਸ ਹੋਣ ਦੇ ਵਿੱਚ ਆ ਗਿਆ, ਪਰ ਉਹ ਵੀ ਇੱਕ ਬਹੁਤ ਖੂਬਸੂਰਤ ਲਫ਼ਜ਼ ਹੈ ਜਿਸ ਦੀ ਵਿਆਖਿਆ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਭਾਈ ਗੁਰਦਾਸ ਨੇ ਕੀਤੀ ਹੋਈ। ਤੋ ਮਾਨ ਸਰੋਵਰ ਕੀ ਚੀਜ਼ ਹੈ, ਮੇਰਾ ਸੁਭਾਅ ਇਸ ਤਰ੍ਹਾਂ ਤਹਿ ਤੱਕ ਜਾਣ ਦਾ। ਮੇਰਾ ਇੱਕ ਕੁਲੀਗ ਹੈ, ਉਸ ਦੀ ਇੱਕ ਸਟੂਡੈਂਟ IAS ਆਫਿਸਰ ਸੀ, ਬੜੀ ਬ੍ਰਾਈਟ ਕੁੜੀ, ਹਿੰਦੂ ਕੁੜੀ ਆ, ਬ੍ਰਾਹਮਣ ਕੁੜੀ ਆ। ਉਹ ਆਪਣਾ ਜਦੋਂ IAS ਆਫਿਸਰ ਬਣੀ, ਮਾਨ ਸਰੋਵਰ ਦੇ ਵਿੱਚ ਗਈ, ਉੱਥੇ ਹੁਣ ਵੀ ਜਾਂਦੇ ਆ। ਮਾਨ ਸਰੋਵਰ ਇੱਕ ਐਸੀ ਝੀਲ ਹੈ, ਦੁਨੀਆ ਦੀ ਸਭ ਤੋਂ ਹਾਈਐਸਟ ਜਗ੍ਹਾ ਦੇ ਉੱਤੇ ਬਣੀ ਹੋਈ ਹੈ, ਤਿੱਬਤ, ਹਿੰਦੁਸਤਾਨ ਤੇ ਚੀਨ ਦੇ ਬਾਰਡਰ ਦੇ ਵਿਚਾਲੇ ਲੱਗਦੀ। ਉੱਥੇ ਇੱਕ ਪਾਸਪੋਰਟ ਬਣਾ ਕੇ ਬੰਦੇ ਨੂੰ ਜਾਣ ਦੀ ਇਜਾਜ਼ਤ ਹੁੰਦੀ ਆ, ਉਸ ਤਰ੍ਹਾਂ ਨਹੀਂ ਤੁਸੀਂ ਜਾ ਸਕਦੇ, ਡੇਂਜਰਸ ਵੀ ਆ, ਸਰਕਾਰ ਲੈ ਜਾਂਦੀ ਆ ਜਿਹੜੇ ਲੋਕ ਉੱਥੇ ਜਾਣਾ ਚਾਹੁੰਦੇ। ਮੈਂ ਉਸ ਨੂੰ ਪੁੱਛਿਆ, ਮੈਂ ਕਿਹਾ ਮੈਨੂੰ ਦੱਸੋ ਕੀ ਚੀਜ਼ ਹੈ। ਉਹ ਮੈਨੂੰ ਕਹਿਣ ਲੱਗੀ, ਅੰਕਲ ਪਿਓਰੈਸਟ ਆਫ ਦੀ ਪਿਓਰ ਫਾਰਮ ਆਫ ਵਾਟਰ, ਇੰਨਾ ਸਾਫ਼ ਪਾਣੀ ਦੁਨੀਆ ਦੇ ਕਿਸੇ ਖਿੱਤੇ ਵਿੱਚ ਨਹੀਂ, ਜਿੰਨਾ ਸਾਫ਼ ਤੇ ਪਵਿੱਤਰ ਪਾਣੀ ਉਸ ਮਾਨ ਸਰੋਵਰ ਝੀਲ ਦੇ ਵਿੱਚ। ਮੈਂ ਕਿਹਾ ਤਸੱਵਰ ਦੇਖੋ ਭਾਈ ਗੁਰਦਾਸ ਦਾ, ਨੌਲੇਜ ਦੇਖੋ ਭਾਈ ਗੁਰਦਾਸ ਦੀ, ਅੰਡਰਸਟੈਂਡਿੰਗ ਦੇਖੋ ਭਾਈ ਗੁਰਦਾਸ ਦੀ, ਕਿਸ ਤਰੀਕੇ ਨਾਲ ਇੱਕ ਸਿਮਲੀ ਬਣਾਈ ਜਾ ਰਹੀ ਹੈ ਕਿ ਜਿਹੜਾ ਧਰਮਸ਼ਾਲ ਹੈ ਉਹ ਮਾਨ ਸਰੋਵਰ ਹੈ, ਔਰ ਉਸ ਦੇ ਵਿੱਚ ਕੌਣ ਜਾ ਰਿਹਾ, ਕੌਣ ਜਾ ਰਿਹਾ, ਹੰਸ ਜਾ ਰਿਹਾ। ਤੁਸੀਂ ਕੌਣ ਹੋ? ਤੁਸੀਂ ਹੰਸ ਹੋ। ਤੁਹਾਡੀ ਖੁਰਾਕ ਕੀ ਹੈ? ਤੁਹਾਡੀ ਖੁਰਾਕ ਮੋਤੀ ਆ, ਤੁਹਾਡਾ ਲੰਗਰ ਮੋਤੀ ਹੈ। ਇਹਦੇ ਪਿੱਛੇ ਬਹੁਤ ਵੱਡੀ ਗੱਲ ਛਿਪੀ ਹੋਈ ਹੈ। ਜੇ ਕਹੋ ਤਾਂ ਮੈਂ ਅੱਗੇ ਚੱਲਾਂ, ਨਹੀਂ ਤਾਂ ਮੈਂ ਇੱਥੇ ਇਸ ਦੀ ਹੋਰ ਐਕਸਪਲੇਨੇਸ਼ਨ ਦੇ ਸਕਦਾ। ਇਹ ਹੈ ਗੁਰਦੁਆਰੇ ਦਾ ਤਸੱਵਰ, ਗੁਰਦੁਆਰੇ ਦੀ ਇੰਟਰਪ੍ਰੀਟੇਸ਼ਨ, ਅੰਡਰਸਟੈਂਡਿੰਗ ਜਿਹੜੀ ਭਾਈ ਗੁਰਦਾਸ ਨੇ ਦਿੱਤੀ। ਬਾਰ-ਬਾਰ ਸਿੱਖਾਂ ਦੇ ਦੁਸ਼ਮਣ ਇੱਕ ਗੱਲ ਤਸੀਹਾ ਕਰਦੇ ਆ, ਫੈਸਲਾ ਕਰਦੇ ਆ ਕਿ ਜੇ ਸਿੱਖੀਜ਼ਮ ਨੂੰ ਖਤਮ ਕਰਨਾ ਹੈ, ਟਾਰਗੇਟ ਸਿੱਖੀਜ਼ਮ, ਜੇ ਸਿੱਖੀਜ਼ਮ ਦਾ ਵਜੂਦ ਖਤਮ ਕਰਨਾ ਹੈ ਤਾਂ ਤੁਹਾਨੂੰ ਉਸ ਤਾਕਤ ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਹੀ ਪਏਗਾ। ਉਸ ਨੂੰ ਤੈਸ਼-ਤੈਸ਼ ਕਰਨਾ ਪਏਗਾ। ਜਿਸ ਦਿਨ ਸਿੱਖ ਇਸ ਗੱਲ ਨੂੰ ਐਕਸੈਪਟ ਕਰ ਲੈਣਗੇ ਕਿ ਇਹ ਕੀਤਾ ਹੋਇਆ ਹਮਲਾ ਜਿਹੜਾ ਹੈ ਇਹ ਠੀਕ ਹੈ,
ਜਾਂ ਸਾਨੂੰ ਇਸ ਤੇ ਕੋਈ ਕਿੰਤੂ ਪਰੰਤੂ ਨਹੀਂ, ਮਾਨੋ ਸਿੱਖੀਜ਼ਮ ਖਤਮ ਹੋ ਜਾਏਗਾ, ਸਿੱਖੀਜ਼ਮ ਖਤਮ ਹੋ ਜਾਏਗਾ। ਤੋ ਜਦੋਂ ਮੈਂ ਇਹ ਗੱਲ ਸਮਝ ਲਈ, ਉਸ ਚੈਪਟਰ ਤੇ ਆ ਕੇ ਮੈਂ ਰੁਕਿਆ ਹੋਇਆ ਸੀ ਕਿ ਜਿਹੜਾ ਧਰਮ ਯੁੱਧ ਮੋਰਚੇ ਦਾ, ਸਿੱਖਾਂ ਦਾ, 47 ਦਾ, ਵਾਟਰ ਇਸ਼ੂ ਸਾਰੇ ਮੈਂ ਡਿਸਕਸ ਕਰਨ ਤੋਂ ਬਾਅਦ ਇਸ ਚੈਪਟਰ ਤੇ ਆ ਗਿਆ ਕਿ ਭਾਈ ਇਸ ਚੈਪਟਰ ਦਾ ਹੈਡਿੰਗ ਕੀ ਹੋਣਾ ਚਾਹੀਦਾ। ਜੇ ਇਹੀ ਗੱਲ ਹੈ ਤਾਂ ਇਹਦਾ ਹੈਡਿੰਗ ਕੀ ਹੋਣਾ ਚਾਹੀਦਾ। ਬਹੁਤ ਤੁਹਾਨੂੰ ਮਤਲਬ ਮੈਂ ਦੱਸਾਂ, ਐਵੇਂ ਆਪਣੇ ਮੂੰਹੋਂ ਮੀਹਾਂ ਮਿੱਠੂ ਵਾਲੀ ਗੱਲ ਹੋ ਜਾਂਦੀ ਹੈ। ਜਿਹੜਾ ਹਿਸਟਰੀ ਦਾ ਕਰਾਫਟ ਆ ਬੜਾ ਟਫ ਹੁੰਦਾ, ਬਹੁਤ ਡਿਫਿਕਲਟ। ਰੀਅਲ ਜਿਹੜੀ ਹਿਸਟਰੀ ਲਿਖੀ ਜਾਂਦੀ ਹੈ ਨਾ, ਉਹ ਬਹੁਤ ਮੁਸ਼ਕਿਲ ਹੁੰਦੀ। ਮਾਨੋ ਉਸ ਦੇ ਵਿੱਚ ਜਿਹੜਾ ਹਿਸਟੋਰੀਅਨ ਆ ਉਹਦਾ ਖੂਨ ਪਸੀਨਾ ਹੁੰਦਾ। ਔਰ ਬਰਟਰੈਂਡ ਰਸਲ ਨੇ ਇੱਕ ਗੱਲ ਬਹੁਤ ਵੱਡੀ ਕਹੀ ਆ ਕਿ ਅੱਜ ਤੱਕ ਕੋਈ ਦੁਨੀਆ 'ਚ ਇਨਸਾਨ ਜਾਂ ਰਾਈਟਰ ਆਥਰ ਪੈਦਾ ਨਹੀਂ ਹੋਇਆ ਜਿਸ ਨੇ ਮੂੰਹ 'ਚੋਂ ਬੋਲਤਾ ਹੋਵੇ ਤੇ ਉਹ ਛਾਪ ਦਿੱਤਾ ਹੋਵੇ ਤੇ ਉਹ ਕਿਤਾਬ ਬਣ ਗਈ ਹੋਵੇ। ਜੇ ਉਹ ਕਿਤਾਬ ਹੈ ਉਸ ਦੀ ਕੋਈ ਰੈਲੇਵੈਂਸ ਨਹੀਂ, ਉਹ ਇੱਕ ਛੋਟੇ ਮੋਟੇ ਕਾਗਜ਼ਾਂ ਦਾ ਪਲੰਦਾ ਹੈ ਜਿਹਦੀ ਕੋਈ ਰੈਲੇਵੈਂਸ, ਜਿਹਦੀ ਕੋਈ ਇੰਪੋਰਟੈਂਸ ਨਹੀਂ। 31 ਡਰਾਫਟ ਉਸ ਵੇਲੇ ਜਦੋਂ ਮੈਂ ਕਿਤਾਬ ਲਿਖੀ, ਇਹ 31 ਡਰਾਫਟ ਮੇਰੇ ਹੈਂਡ ਰਿਟਨ ਸੀ। ਉਹ ਮੇਰੇ ਹਲੇ ਵੀ ਸੰਭਾਲੇ ਪਏ, ਹੱਥ ਨਾਲ ਲਿਖ ਕੇ 417 ਪ੍ਰਿੰਟਡ ਪੇਜ। ਇਹਦੇ 'ਚ ਆਹ ਗਲਤੀ ਰਹਿ ਗਈ, ਇਹਦੇ 'ਚ ਆਹ ਕੌਮਾ ਰਹਿ ਗਿਆ, ਇਹਦੇ 'ਚ ਆਹ ਸੈਮੀਕੋਲਨ। ਅੰਗਰੇਜ਼ੀ ਜ਼ਬਾਨ ਬੜੀ ਕੰਪਲੈਕਸ ਹੈ, ਇੱਕ ਇੱਕ ਕੌਮੇ ਨਾਲ, ਇੱਕ ਇੱਕ ਸੈਮੀਕੋਲਨ ਨਾਲ ਬੜਾ ਮਤਲਬ ਬਦਲ ਜਾਂਦਾ। ਮੈਂ ਕਿਹਨੂੰ ਐਡਰੈਸ ਕਰ ਰਿਹਾ ਸੀ ਉਹ ਕਿਤਾਬ ਲਿਖਣ ਨਾਲ? ਮੇਰੇ 3 ਟਾਰਗੇਟ ਸੀ। ਕਿਹੜੇ 3 ਟਾਰਗੇਟ? ਮੇਰੇ ਆਪਣੇ ਬੰਦੇ, ਤੁਸੀਂ ਮੇਰੇ ਆਪਣੇ ਬੰਦੇ ਹੋ, ਤੁਸੀਂ ਮੇਰੇ ਆਪਣੇ ਭੈਣ ਭਰਾ ਹੋ। ਤੁਹਾਨੂੰ ਮੈਂ ਕੁਛ ਦੱਸਣਾ ਸੀ। ਮੇਰੇ ਦੁਸ਼ਮਣ ਜਿਨ੍ਹਾਂ ਨੇ ਉਹ ਸਾਰਾ ਅਟੈਕ ਕੀਤਾ, ਉਹ ਘਟਨਾਕ੍ਰਮ ਕੀਤਾ, ਉਹਨਾਂ ਨੂੰ ਵੀ ਮੈਂ ਕੁਛ ਕਹਿਣਾ ਸੀ। ਤੀਸਰਾ ਸੀ ਨਿਊਟਰਲ ਆਦਮੀ, ਜਿਹੜਾ ਨਾ ਉੱਧਰ ਆ ਨਾ ਉੱਧਰ ਆ। ਕਿਸੇ ਕਿਤਾਬ ਦੀ ਕਾਮਯਾਬੀ ਇਸ ਗੱਲ ਪਿੱਛੇ ਛਿਪੀ ਹੁੰਦੀ ਆ ਕਿ ਉਹ ਤਿੰਨਾਂ ਜਿਹੜੇ ਸੈਗਮੈਂਟਸ ਆ, ਲੋਕ ਤਿੰਨੇ ਕਿਸਮ ਦੇ ਲੀਡਰਸ ਆ, ਉਹਨਾਂ ਨੂੰ ਸੈਟਿਸਫਾਈ ਕਰ ਸਕੇ, ਉਹਨਾਂ ਨੂੰ ਕੁਝ ਦੇ ਸਕੇ। ਆਪਣੇ ਬੰਦਿਆਂ ਨੂੰ ਮੈਂ ਕੀ ਦੇਣਾ ਸੀ? ਮੇਰੇ ਆਪਣੇ ਬੰਦੇ ਮਾਨਸਿਕ ਤੌਰ ਦੇ ਉੱਤੇ ਉਸ ਗੱਲ ਨਾਲ ਜੁੜੇ ਹੋਏ, ਮਾਨਸਿਕ ਤੌਰ ਦੇ ਉੱਤੇ, ਪਰ ਉਹਨਾਂ ਕੋਲ ਕੋਈ ਐਸਾ ਐਵੀਡੈਂਸ ਨਹੀਂ, ਐਸੀ ਉਹਨਾਂ ਕੋਲ ਦਲੀਲ ਨਹੀਂ, ਐਸਾ ਉਹਨਾਂ ਕੋਲ ਐਨਾਲਿਸਿਸ ਨਹੀਂ ਜਿਹੜਾ ਉਸ ਗੱਲ ਨੂੰ ਜਸਟੀਫਾਈ ਕਰਕੇ ਉਹਨਾਂ ਦੇ ਮਨ ਤੇ ਦਿਮਾਗ ਨੂੰ ਇੱਕੋ ਲੈਵਲ ਤੇ ਲੈ ਆਵੇ। ਇਤਿਹਾਸਕਾਰ ਦਾ ਇਹ ਫਰਜ਼ ਹੈ ਕਿ ਆਪਣੇ ਲੋਕਾਂ ਨੂੰ ਜਿਹੜੀ ਗੱਲ ਦੇ ਨਾਲ ਉਹ ਇਮੋਸ਼ਨਲ ਤੌਰ ਤੇ, ਭਾਵਕ ਤੌਰ ਦੇ ਉੱਤੇ ਜੁੜੇ ਹੋਏ ਆ, ਉਹਨਾਂ ਨੂੰ ਐਸਾ ਐਵੀਡੈਂਸ ਦੇਵੇ, ਐਸੀ ਦਲੀਲ ਦੇਵੇ, ਐਸੇ ਐਵੀਡੈਂਸਿਸ ਦੇ ਕੇ ਉਹਨਾਂ ਦੀ ਕਨਵਿਕਸ਼ਨ ਇੰਨੀ ਪੱਕੀ ਕਰ ਦੇਵੇ ਕਿ ਇਮੋਸ਼ਨ ਦੇ ਨਾਲ ਉਹ ਦਿਮਾਗੀ ਤੌਰ ਦੇ ਉੱਤੇ ਲੌਜੀਕਲੀ ਤੇ ਰੀਜ਼ਨੇਬਲੀ ਕਨਵਿੰਸ ਹੋ ਜਾਣ, ਹਾਂ ਹੋਇਆ ਸਾਡੇ ਨਾਲ ਧੱਕਾ, ਹੋਇਆ ਸਾਡੇ ਨਾਲ ਜ਼ਿਆਦਤੀ। ਤੋ ਇਸੇ ਤਰੀਕੇ ਦੇ ਜਿਹੜਾ ਨਿਊਟਰਲ ਆ, ਨਿਊਟਰਲ ਆਦਮੀ ਨੂੰ ਵੀ ਕਿਤਾਬ ਐਡਰੈਸ ਕਰੇਗੀ। ਨਿਊਟਰਲ ਆਦਮੀ ਦੇ ਮਨ ਦੇ ਵਿੱਚ ਇਹ ਪੈ ਜਾਵੇ ਵੀ ਇਹਨਾਂ ਨਾਲ ਹੋਇਆ ਧੱਕਾ, ਇਹਨਾਂ ਨਾਲ ਬਹੁਤ ਜ਼ਿਆਦਤੀ ਹੋਈ, ਇਹਨਾਂ ਨਾਲ ਬੜਾ ਜ਼ੁਲਮੋ ਸਿਤਮ ਹੋਇਆ, ਤੇ ਮੈਂ ਜੇ ਕੋਈ ਗੱਲ ਕਹਿਣੀ ਆ, ਹਾਂ ਦਾ ਨਾਰਾ ਮਾਰਨਾ, ਤਾਂ ਇਹਨਾਂ ਦੇ ਹੱਕ ਵਿੱਚ ਮਾਰਾਂ। ਜਿਹੜਾ ਥੋੜਾ ਦੁਸ਼ਮਣ ਆ, ਜਿਹੜਾ ਉਹ ਘਟਨਾਕ੍ਰਮ ਕਰ ਰਿਹਾ, ਉਹ ਵੀ ਕਿਤਾਬ ਪੜ੍ਹੇਗਾ। ਮੇਰੀ ਕਿਤਾਬ 2 ਦਿਨ ਇੰਡੀਅਨ ਪਾਰਲੀਮੈਂਟ 'ਚ, ਲੋਕ ਸਭਾ 'ਚ ਡਿਬੇਟ ਹੋਈ ਸੀ, ਤਾਂ ਉਹਨੂੰ ਕੀ ਦੱਸਣਾ? ਉਸ ਨੇ ਤੁਹਾਡੀ ਸਾਈਡ ਨਹੀਂ ਲੈਣੀ, ਉਹਨੇ ਨਿਊਟਰਲ ਵੀ ਨਹੀਂ ਹੋਣਾ, ਕਿਉਂਕਿ ਉਹ ਪਾਰਟੀ ਹੈ, ਉਸ ਅਟੈਕ ਦੇ ਵਿੱਚ ਉਹ ਪਾਰਟੀ ਹੈ, ਉਸ ਜ਼ੁਲਮੋ ਸਿਤਮ ਦੇ ਵਿੱਚ ਉਹ ਪਾਰਟੀ ਹੈ। ਲੇਕਿਨ ਜਦੋਂ ਪੜ੍ਹੇਗਾ, ਉਹਦੇ ਮਨ ਦੀ ਜਿਹੜੀ ਅਵਸਥਾ ਹੈ, ਉਹ ਇੰਨਾ ਕੁ ਕਹਿ ਦੇਵੇ ਜੋ ਕਹਿੰਦੇ ਆ ਉਹ ਠੀਕ ਆ, ਜ਼ੁਲਮ ਤਾਂ ਇਹਨਾਂ ਨਾਲ ਹੋਇਆ ਹੀ ਆ, ਖੂਨ ਤਾਂ ਇਹਨਾਂ ਦਾ ਬੇਗੁਨਾਹਾਂ ਦਾ ਵਹਿਆ ਹੀ ਆ, ਜ਼ੁਲਮੋ ਸਿਤਮ ਹੋਇਆ, ਅਤਿਆਚਾਰ ਹੋਇਆ, ਇਹਨਾਂ ਦਾ ਜਿਹੜਾ ਸੈਂਕਟਮ ਸਿੰਕਟੋਰਮ ਸੀ ਉਹ ਲੁੱਟਿਆ ਗਿਆ। ਤੋ ਇਹ ਗੱਲ ਇੰਨੀ ਐਸੀ ਇਹ ਇੱਕ, ਜਿਸ ਤਰ੍ਹਾਂ ਕਹੋ ਨਾ ਕੈਰਮ ਬੋਰਡ ਖੇਡਦੇ ਹਾਂ ਜਾਂ ਚੈਸ ਦੀ ਗੇਮ ਖੇਡਦੇ ਹਾਂ, ਬੜੀ ਮਤਲਬ ਦਿਮਾਗ ਦੇ ਮਨ 'ਤੇ ਬੜੀਆਂ ਪਰੇਸ਼ਾਨੀਆਂ, ਬੜੀਆਂ ਚੀਜ਼ਾਂ ਦੇ ਵਿੱਚ ਦੀ ਲਿਖਾਰੀ ਨੂੰ ਗੁਜ਼ਰਨਾ ਪੈਂਦਾ। ਉਹਦੇ ਵਿੱਚ ਦੀ ਗੁਜ਼ਰਨ ਤੋਂ ਬਾਅਦ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਭਾਈ ਉਹ ਚੈਪਟਰ ਦਾ ਕੀ ਹੈਡਿੰਗ, ਜਿਹੜਾ ਚੈਪਟਰ ਇਸ ਗੱਲ ਦੇ ਨਾਲ ਡੀਲ ਕਰੇ
कि दरबार साहब के उत्ते जिहड़ा हल्ला होया, दरबार साहब ते जिहड़ा अटैक होया है कि अखीर सोचण तो बाद डेज टूगैदर हफ्ते बद्धी मेरे मन च आया, इट इज़ एन अटैक ऑन द हार्ट ऑफ सिखिज़म। सिੱਖੀ ਦੇ दिल ਦੇ ਉੱਤੇ ਘਾव है, सिੱਖੀ ਦੇ दिल ਦੇ ਉੱਤੇ अटैक है। लड़ाई करते हैं ना, जे दुश्मन के दिल के उत्ते गोली बजे फिर वो साह नहीं लेता। जेड़ा दुश्मन है उसनू पता है कि ये फाउंट है, फाउंट एक लफ्ज़ है, मैं दसदा की मतलब, वो फाउंट है सिखिज़म का और सिख स्ट्रेंथ का, सिखां दी ताकत का ते सिੱਖੀ का। फाउंट तो होंदा फाउंटेन, फुवारा नहीं होंदा, फुवारा उठ रहा और वो फुवारा जिहड़ा है वो की चीज़ है, उस दे विच की है, सिੱਖੀ दी ताकत है और सिੱਖੀ जीवन है। तो इस फाउंटेन नू बंद करना एक ओदी जिम्मेवारी है, दुश्मन की जिम्मेवारी, दुश्मन का कर्म है, दुश्मन का धर्म भी है। तो उस दे पिछे विचारधारा है। विचारधारा की है? विचारधारा है ब्राह्मणिज्म। ब्राह्मणिज्म की चीज़ है? ब्राह्मणिज्म नूं जे तुसी ऐ पकड़ लो ना, पकड़िया नहीं जाता। हवा, तुहानूं पता हवा कितनी ज़रूरी चीज़ है। हवा दिखती नहीं, हवा पकड़ी नहीं जा सकती, लेकिन हवा तो बगैर तुसी रह भी नहीं सकते। ब्राह्मणिज्म एक वायरस है। कल मेरे को कौन बैठा सी, वो कहंदा मैनू वायरल हो गया। अपने सरदार मनजीत सिंह हुणी पूरेवाल साहब बैठे सीगे, तो मैं वायरस हो गया, कोई नहीं इत्थे दा वायरस तो बचा लूँ, जे ब्राह्मणा वाला वायरस हो गया फिर नहीं बचा। वायरस है ब्राह्मण। वो वायरस की आ, थोनू सारिਆਂ ਨੂੰ वायरस बीमार, वायरल कहते नहीं, बीमार हो गए जी, वायरल हो गए, ਉਹਦਾ कोई कारण नहीं ਹੁੰਦਾ, ਉਹਦਾ कोई रीजन नहीं ਹੁੰਦਾ और ਉਹਦੀ कोई दवाई नहीं ਹੁੰਦੀ। किन्ने मर्जी एंटीबायोटिक दे लो, ਜਿਹੜਾ ਉਹ वायरस है उन्हें जिन्नी ਉਹਦੀ जीवन है, जिन्नी ਉਹਦੀ आयु है, उन्हें भुगतनी आ, उन्नी देर ਤੁਹਾਨੂੰ तकलीफ देनी है। मेरा जमाई डॉक्टर आ, ਉਹ कई लोग आ जाते हैं, कईयों ਨੂੰ वायरल होया ਹੁੰਦਾ, ਉਹ ਕਹਿੰਦਾ ਹੁੰਦਾ भी जे मैं थोनू अंटी दवाई दे दियाँ तो तुसी 7 दिनों ठीक होंगे, वरना तुसी हफ्ते च आप ही ठीक हो जाओगे, दवाई नहीं भी खाओगे। मतलब ये कहने का जोड़ा वायरस है उसकी मतलब बहुत टेंस ना हो, थोड़ा रिलैक्स भी रहो। इन्नी ट्रैजिडी जी है सिखां की, जो तुसी ट्रैजिडी बारे सुनोगे, उसनू सोचोगे, उसनू विचारो, मन पर असर पै जाता। रिलैक्स रहो, रिलैक्स रह के। तो वायरस जो ब्राह्मण है वो वायरस है। तो वायरस ने की देता, किहड़ा वायरस छड्ड दिता सिखां दे विच? सिख तड़फ रहे, दवा दारू लग नहीं रही, परेशानी बहुत है। मैं एक वायरस का रिजल्ट दसा कि ब्राह्मणिज्म ने सिखां विच वायरस छड्ड के संत समाज देता। माफ़ करना, माइंड ना करना जे तुहाडे चों कोई संत समाज नाल जुड़िया हुआ। मैनू अज तक दुनिया का इतिहास मैं पढ़िया, उस दे उत्ते लिखिया भी आ, अज तक किसी होर कम्यूनिटी च मैनू संत समाज नहीं टक्करिया ना। ये लफ्ज़ मैनू दिखण च आया, डिक्शनरियां कढ लो, एनसाइक्लोपीडिया कढ लो, किहड़ी कम्यूनिटी है वो समाज किवें हो गया? संत एक तो हो सकता, 2 संत हो सकते हैं, 3 संत हो सकते हैं, 10 हो सकते हैं, 20 हो सकते, समाज ही संतां दा होवे। कौन हलबाहू, कौन दुकानदारी करू, कौन पढ़ाऊ स्कूलों के कॉलेजों के, कौन पढ़ू, कौन काम, सारा समाज ही संत समाज हो गया। ये है कि वायरस है ब्राह्मण का छड्डिया। बच जो जे बच सकते हो, ये है। हुण तुहानूं मैं एक्सप्लेन किया, इसकी डेफिनेशन दी है एनोलॉजी दे के भी ब्राह्मणिज्म है कि ब्राह्मणिज्म एक वायरस है और वो वायरस का एक रिजल्ट है संत समाज। हुणे गल हुई सी होर कई गल्लां करनियां मेरे ते, कईयां दे जिम्मेवारियां लाइयां जी, खालिस्तान की भी गल करियो,
ਹੋਰ ਵੀ ਕਈ ਗੱਲਾਂ ਜ਼ਿੰਮੇਵਾਰੀਆਂ ਮੈਂ ਥੋੜ੍ਹੀਆਂ ਥੋੜ੍ਹੀਆਂ ਟੋਟ ਕੇ ਲਊਂ। ਜਰਨੈਲ ਸਿੰਘ ਪਿੰਡਰਾਂਵਾਲੇ ਦੀ ਗੱਲ ਚੱਲੀ ਸੀ, ਇਹਨਾਂ ਨੇ ਆਪਣੇ ਪ੍ਰੋਫੈਸਰ ਗੁਰਤੇਜ ਸਿੰਘ ਹੁਣੀ ਬਹੁਤ ਲੰਬੀ ਗੱਲ ਕਹਿ ਕੇ ਗਏ। ਬੜੇ ਬਹਾਦਰ, ਬੜੇ ਸੂਰਮੇ, ਬੜੇ ਸ਼ਾਤਰ। ਹਾਂ ਹੈ। ਜਰਨੈਲ ਸਿੰਘ ਪਿੰਡਰਾਂਵਾਲੇ ਨੇ ਇੱਕ ਘਰਪੇਕਰ ਜਰਨਲਿਸਟ ਸੀ, ਉਹਨੂੰ 2 ਦਿਨ ਪਹਿਲਾਂ ਇੱਕ ਇੰਟਰਵਿਊ ਦਿੱਤੀ ਬੜੀ ਸ਼ਾਨਦਾਰ। ਉਹਨੇ ਇੱਕ ਸਵਾਲ ਕੀਤਾ, ਬੜਾ ਇੰਟੈਲੀਜੈਂਟ ਬਰਾਈਟ ਉਹ ਜਰਨਲਿਸਟ ਸੀ। ਉਹ ਕਹਿੰਦਾ ਮੈਨੂੰ ਐਂ ਦੱਸੋ ਕਿ ਤੁਹਾਨੂੰ ਡਰ ਨਹੀਂ ਲੱਗਦਾ, ਘੇਰਾ ਪੈ ਗਿਆ ਚਾਰੇ ਪਾਸੇ, ਸਾਰੀ CRPF BSF ਫੌਜ ਪੁਲਿਸ ਸਾਰੇ ਤਾਇਨਾਤ ਹੈ, 3 ਉਹਨਾਂ ਦੀ ਉਹ ਬਣ ਗਏ ਆ ਘੇਰੇ, ਤੇ ਤੁਸੀਂ ਇਸ ਤੋਂ ਨਿਕਲ ਨਹੀਂ ਸਕਦੇ, ਤੁਹਾਨੂੰ ਘਬਰਾਹਟ ਨਹੀਂ, ਤੁਹਾਨੂੰ ਡਰ ਨਹੀਂ ਲੱਗਦਾ? ਤਾਂ ਉਹ ਕਹਿਣ ਲੱਗੇ ਜਰਨੈਲ ਸਿੰਘ ਹੁਣੀ ਕਿ ਬਈ ਮੈਨੂੰ ਜਿਹੜਾ ਸਿੱਖ ਆ ਜੇ ਉਹ ਡਰ ਗਿਆ ਤਾਂ ਸਿੱਖ ਹੀ ਨਹੀਂ। ਬਹੁਤ ਖੂਬਸੂਰਤ ਜਵਾਬ ਦਿੱਤਾ, ਜੇ ਉਹ ਡਰ ਗਿਆ ਤਾਂ ਸਿੱਖ ਹੀ ਨਹੀਂ। ਹੁਣ ਇਸ ਤੇ ਬਿਲਕੁਲ ਦੂਸਰੇ ਪਾਸੇ ਐਂਟੀਥੀਸਿਸ ਇਸ ਦਾ ਦੇਖੀਏ। ਇੰਦਰਾ ਗਾਂਧੀ ਦੀ ਵੀ ਗੱਲ ਕੀਤੀ ਸੀ ਇੱਥੇ, ਮੇਰਾ ਖਿਆਲ ਉਹ ਗੱਲ ਤੁਸੀਂ ਕਿਸੇ ਨੇ ਪੜ੍ਹੀ ਨਹੀਂ ਹੋਣੀ, ਛਪੀ ਵੀ ਗੱਲ ਹੈ। ਇੰਦਰਾ ਗਾਂਧੀ ਦੀ ਇੱਕ ਬਹੁਤ ਹੀ ਨਜ਼ਦੀਕੀ ਦੋਸਤ ਸੀ, ਫਰੈਂਡ ਸੀ, ਉਹਦਾ ਨਾਮ ਸੀ ਪਪੁਲ ਜੈਕਾਰ। ਉਹ ਜਦੋਂ ਵੀ ਇੰਦਰਾ ਗਾਂਧੀ ਕੋਲ ਵੇਲ ਹੁੰਦੀ, ਪ੍ਰਾਈਮ ਮਿਨਿਸਟਰ ਕੋਲ ਵੇਲ ਵੀ ਤਾਂ ਘੱਟ ਹੀ ਹੁੰਦੀ ਆ, ਕਿੱਡੇ ਮੁਲਕ ਦਾ ਪ੍ਰਾਈਮ ਮਿਨਿਸਟਰ, ਤਾਂ ਉਹ ਇੰਦਰਾ ਗਾਂਧੀ ਉਹਨੂੰ ਪਪੁਲ ਜੈਕਾਰ ਨੂੰ ਬੁਲਾ ਲਿਆ ਕਰਦੀ ਸੀ ਵੀ ਆ ਜਾ ਆਪਾਂ ਇਕੱਠੇ ਬ੍ਰੈਕਫਾਸਟ ਕਰਦੇ ਹਾਂ, ਆ ਜਾ ਆਪਾਂ ਇਕੱਠੇ ਲੰਚ ਕਰਦੇ ਹਾਂ, ਆ ਜਾ ਆਪਾਂ ਇਕੱਠੇ ਚਾਹ ਪੀਂਦੇ ਹਾਂ, ਡਿਨਰ ਕਰਦੇ ਹਾਂ, ਇਸ ਤਰ੍ਹਾਂ ਜਾਂ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ। ਸ਼ੀ ਵਾਜ਼ ਅ ਵੈਰੀ ਬ੍ਰਾਈਟ ਲੇਡੀ, ਬਹੁਤ ਬ੍ਰਿਲੀਅੰਟ ਲੇਡੀ ਸੀ, ਬਹੁਤ ਹੀ ਕੈਪੇਬਲ ਰਾਈਟਰ ਸੀਗੀ। ਉਸ ਨੂੰ ਇੰਦਰਾ ਗਾਂਧੀ ਆਪਣਾ ਸਾਰੀ ਜਿਹੜੀ ਦਿਲ ਦੀ ਅਵਸਥਾ ਸੀ ਉਸ ਨਾਲ ਸ਼ੇਅਰ, ਦੋਸਤਾਂ ਨਾਲ ਆਦਮੀ ਸ਼ੇਅਰ ਕਰਦਾ ਹੀ ਹੈ, ਉਸ ਨਾਲ ਉਹ ਸ਼ੇਅਰ ਕਰਦੀ ਸੀ। ਇਹ ਬਲੂ ਸਟਾਰ ਅਟੈਕ ਤੋਂ ਬਾਅਦ ਦੀ ਗੱਲ ਹੈ। ਉਸ ਨੇ ਫਿਰ ਬਾਇਓਗ੍ਰਾਫੀ ਲਿਖੀ ਇੰਦਰਾ ਗਾਂਧੀ ਦੀ, ਬਾਇਓਗ੍ਰਾਫੀ ਆਫ ਇੰਦਰਾ ਗਾਂਧੀ ਬਾਈ ਪਪੁਲ ਜੈਕਾਰ। ਖੁਸ਼ਵੰਤ ਸਿੰਘ ਨੇ ਉਸ 'ਤੇ ਲਿਖਿਆ ਸੀ ਵੀ ਦੀ ਬੈਸਟ ਬਾਇਓਗ੍ਰਾਫੀ ਰਿਟਨ ਔਨ ਇੰਦਰਾ ਗਾਂਧੀ ਇਜ਼ ਬਾਈ ਪਪੁਲ ਜੈਕਾਰ। ਬੈਸਟ ਬਾਇਓਗ੍ਰਾਫੀ ਉਹ ਤੁਹਾਨੂੰ ਤੁਸੀਂ ਇੰਟਰਨੈਟ 'ਤੇ ਵੀ ਕੱਢ ਲਓ, ਇੱਥੇ ਜਿਹੜੀਆਂ ਤੁਹਾਡੀਆਂ ਲਾਇਬ੍ਰੇਰੀਆਂ ਉਹਨਾਂ 'ਚ ਪੜ੍ਹਨ ਵਾਲੀ ਕਿਤਾਬ ਹੈ, ਬੜੀ ਦਿਲਚਸਪ ਕਿਤਾਬ। ਕੀ ਹੈ ਉਹ? ਇੱਕ ਪਾਸੇ ਜਰਨੈਲ ਸਿੰਘ, ਮੌਤ ਦਿਸ ਰਹੀ ਹੈ, ਮੌਤ ਆਏਗੀ, ਇਨਐਵਿਟੇਬਿਲਿਟੀ, ਭੱਜਣਾ ਨੱਠਣਾ ਲੁਕਣਾ ਛਿਪਣਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਆਪ ਇਨਵਾਈਟ ਕੀਤੀ ਵੀ ਮੌਤ ਹੈ, ਆਪ ਇਨਵਾਈਟ ਕੀਤੀ ਵੀ ਸ਼ਹਾਦਤ ਹੈ, ਜਾ ਰਹੇ ਆ ਉਧਰ ਨੂੰ, ਲੇਕਿਨ ਮਨ 'ਚ ਅਡੋਲਤਾ ਨਹੀਂ, ਮਨ 'ਚ ਕਿਸੇ ਕਿਸਮ ਦਾ ਡਰ ਨਹੀਂ, ਮਨ 'ਚ ਕਿਸੇ ਕਿਸਮ ਦੀ ਪਰੇਸ਼ਾਨੀ। ਉਹ ਕਹਿੰਦੀ ਪਪੁਲ ਨੂੰ, ਕਹਿੰਦੀ ਮੈਨੂੰ, ਉਹ ਆਈ 8-9 ਦਿਨ 10 ਦਿਨ ਬਾਅਦ ਦਰਬਾਰ ਸਾਹਿਬ ਦੇ ਵਿੱਚ। ਜਦੋਂ ਉਹ ਉੱਥੇ ਆਈ ਤਾਂ ਤੁਸੀਂ ਮੰਨੋਗੇ ਨਹੀਂ, ਮੇਰੀ ਕਿਤਾਬ 'ਚ ਇੱਕ ਸੈਂਕੜੇ ਐਵੀਡੈਂਸਿਸ ਦਿੱਤੇ ਹੋਏ ਆ। ਇਤਨਾ ਉਸ ਵੇਲੇ ਵੀ ਭਿਆਨਕ ਦ੍ਰਿਸ਼ ਸੀ ਕਿ ਮੌਤ ਦਾ ਸਾਇਆ, ਖੂਨ ਦੀ ਸਮੈਲ ਔਰ ਖੂਨ ਦਾ ਜਿਹੜਾ ਬਹੁਤ ਰੰਗ ਸੀ ਉਹ ਸਰੋਵਰ ਦੇ ਵਿੱਚ ਦਿਖ ਰਿਹਾ ਸੀ। ਔਰ ਉਸ ਨੇ ਜਿਸ ਵਕਤ ਅਕਾਲ ਤਖਤ ਦੇਖਿਆ, ਦਰਬਾਰ ਸਾਹਿਬ ਦੇਖਿਆ ਕਿ ਗੋਲੀਆਂ ਦੇ ਨਿਸ਼ਾਨ ਜਗ੍ਹਾ ਜਗ੍ਹਾ ਮੌਤ ਹੀ ਮੌਤ ਦਿਖ ਰਹੀ ਸੀ, ਤਾਂ ਉਹ ਘਬਰਾ ਗਈ, ਪਰੇਸ਼ਾਨੀ ਹੋ ਗਈ। ਉਸ ਨੇ ਆਪਣੇ ਮਨ ਦੇ ਵਿੱਚ ਤਸੱਵਰ ਸੀ ਕਿ ਇਹ ਤਾਂ ਇੱਕ ਬਹੁਤ ਛੋਟੀ ਜਿਹੀ ਇਵੈਂਟ ਹੋਏਗੀ, ਮੇਰੀ ਫੌਜ ਜਾਏਗੀ, ਫਟਾਫਟ ਪਕੜ ਕੇ ਉਹਨਾਂ ਨੂੰ ਜਾਂ ਮਾਰ ਕੇ ਗੱਲ ਖਤਮ ਹੋ ਜਾਏਗੀ, 2 4 10 50 100 200 ਗੋਲੀਆਂ ਚੱਲਣਗੀਆਂ, ਗੱਲ ਖਤਮ ਹੋਏਗੀ। ਲੇਕਿਨ ਜੋ ਉਸਨੇ ਦੇਖਿਆ, ਉਸ ਨੇ ਉਸ ਦੇ ਵਿੱਚ ਭੈ ਪੈਦਾ ਕਰ ਦਿੱਤਾ। ਤਾਂ ਕੀ ਕਹਿੰਦੀ ਆ ਆਪਣੀ ਫਰੈਂਡ ਨੂੰ? ਕਹਿੰਦੀ ਪਪੁਲ, ਮੈਂ ਜਦੋਂ ਰਾਤ ਨੂੰ ਸੌਂਦੀ ਆ 2 ਵਜੇ 2:30 ਵਜੇ 1:30 ਵਜੇ 3 ਵਜੇ ਮੈਨੂੰ ਜਾਗ ਆ ਜਾਂਦੀ ਹੈ, ਔਰ ਜਾਗ ਆਉਣ ਤੋਂ ਬਾਅਦ ਮੈਨੂੰ ਪਹਿਲਾਂ ਇਸ ਤਰ੍ਹਾਂ ਲੱਗਦਾ, ਜਾਗ ਆਉਣ ਤੋਂ ਪਹਿਲਾਂ ਵੀ ਇੱਕ ਦਾੜੀ ਵਾਲਾ ਆਦਮੀ ਮੇਰੀ ਛਾਤੀ ਤੇ ਚੜ੍ਹ ਗਿਆ। ਮੇਰੀ ਛਾਤੀ ਤੇ ਚੜ੍ਹ ਕੇ ਆਉਂਦਾ ਤੇ ਉਹ ਮੇਰੇ ਗੱਲ ਨੂੰ ਝੰਜੋੜ ਰਿਹਾ। ਔਰ ਫਿਰ ਕੀ ਕਹਿੰਦੀ ਆ? ਉਸ ਤੋਂ ਬਾਅਦ ਕਹਿੰਦੀ ਮੈਂ ਉੱਠ ਕੇ ਬੈਠ ਜਾਂਦੀ ਆ ਔਰ ਮੈਨੂੰ ਨੀਂਦ ਨਹੀਂ ਆਉਂਦੀ। ਪ੍ਰਾਈਮ ਮਿਨਿਸਟਰ ਦਾ ਨਾਂ ਸੁਣਨਾ, ਇੰਨੇ ਭੈਭੀਤ ਹੋ ਜਾਣਾ,
ਇੰਨੇ ਡਰ ਦੇ ਵਿੱਚ ਚਲੇ ਜਾਣਾ ਇੱਕ ਕੌਮ ਲਈ, ਇੱਕ ਉਸ ਦੇਸ਼ ਲਈ ਜਿਸ ਦੀ ਉਹ ਪ੍ਰਾਈਮ ਮਿਨਿਸਟਰ ਹੈ, ਇੱਕ ਫਿਕਰ ਦੀ ਗੱਲ ਹੈ, ਬੜੀ ਵੱਡੀ ਚਿੰਤਾ ਦੀ ਗੱਲ। ਤਾਂ ਉਹ ਭੁਵਨੇਸ਼ਵਰ ਜਾਂਦੀ ਆ 31 ਅਕਤੂਬਰ ਤੋਂ ਪਹਿਲਾਂ, ਮੇਰਾ ਖਿਆਲ ਹੈ, ਮੈਨੂੰ ਡੇਟ ਐਗਜ਼ੈਕਟ ਭੁੱਲ ਗਈ ਆ, 28 ਜਾਂ 27 ਇਸ ਤਰ੍ਹਾਂ ਦੀ ਆ। ਉਸ ਜਗ੍ਹਾ ਇੱਕ ਲੈਕਚਰ ਕਰਦੀ, ਉਹ ਮਜਬੂਰੀ ਹੋ ਗਈ, ਮਨ ਦੇ ਉੱਤੇ ਸਾਈਕੋਲੋਜੀਕਲੀ ਸਾਇਆ ਪੈ ਗਿਆ। ਤਾਂ ਸਾਇਆ ਮਨ ਦੇ ਉੱਤੇ ਪੈ ਗਿਆ ਜੇ ਸਪੀਚ ਵੀ ਇਹ ਗੱਲ ਕਰ, ਸਪੀਚ ਦੇ ਵਿੱਚ ਉਹ ਗੱਲ ਕਰਦੀ ਕਰਦੀ ਕਹਿੰਦੀ ਆ ਕਿ ਹੁਣ ਮਾਈ ਡੇਜ਼ ਆਰ ਨੰਬਰਡ, ਮੇਰੇ ਦਿਨ ਗਿਣਤੀ ਦੇ ਰਹਿ ਗਏ ਆ, ਤੇ ਮੈਂ ਹੁਣ ਮਤਲਬ ਮੇਰੇ ਤੋਂ ਬਾਅਦ ਕੀ ਹੋਣਾ ਉਸ ਬਾਰੇ ਸੋਚ ਰਹੀ। ਫਿਰ ਇੱਕ ਹੋਰ ਕਿਤਾਬ ਆ ਬੜੀ ਖੂਬਸੂਰਤ, ਮੈਂ ਬਹੁਤ ਕਿਤਾਬਾਂ ਪੜ੍ਹਨ ਦਾ ਮੈਨੂੰ ਸ਼ੌਕ ਆ, ਤਹਿ ਤੱਕ ਜਾਣ ਦੀ ਮੇਰੀ ਦਿਲਚਸਪੀ ਹੈ ਜ਼ਿੰਦਗੀ ਦੇ ਵਿੱਚ। ਉਹ ਹੈ ਸੋਨੀਆ ਗਾਂਧੀ ਦੀ ਲਿਖੀ ਹੋਈ ਕਿਤਾਬ ਰਾਜੀਵ ਆਫ ਸੋਨੀਆ। ਸੋਨੀਆ ਗਾਂਧੀ ਨੇ ਜਿਸ ਦਿਨ ਉਸ 'ਤੇ ਗੋਲੀਆਂ ਲੱਗੀਆਂ, ਮੈਨੂੰ ਉਹਦੀ ਡਿਟੇਲ 'ਚ ਨਹੀਂ ਜਾਣਾ, ਮੈਂ ਗੋਲੀਆਂ ਲੱਗੀਆਂ, ਮਰ ਚੁੱਕੀ ਸੀ ਆਲਮੋਸਟ ਉਹ, ਜਾਂ ਮਾੜੀ ਮੋਟੀ ਸਿਸਕਦੀ ਹੋਵੇ, ਉਸ ਨੂੰ ਆਪਣੀ ਗੋਦੀ 'ਚ ਪਾ ਕੇ ਕਾਰ 'ਚ ਪਾ ਕੇ ਲੈ ਕੇ ਗਈ ਸੀ ਆਲ ਇੰਡੀਆ ਇੰਸਟੀਚਿਊਟ 'ਚ, ਸ਼ਾਇਦ ਬਚ ਜਾਵੇ। ਤਾਂ ਉਸ ਨੇ ਉਹ ਦ੍ਰਿਸ਼ ਦੇਖਿਆ ਸੀ। ਤਾਂ ਸੋਨੀਆ ਗਾਂਧੀ ਨੇ ਇੰਦਰਾ ਗਾਂਧੀ ਨੇ ਸੋਨੀਆ ਗਾਂਧੀ ਨੂੰ ਇੱਕ ਗੱਲ ਕਹੀ ਸੀ ਕਿ ਮੇਰੇ ਦਿਨ ਹੁਣ ਗਿਣਤੀ ਦੇ ਆ, ਤੂੰ ਇੱਕ ਗੱਲ ਕਰ ਕਿ ਮੈਂ ਆਪਣੀ ਵਿਲ ਕਰਤੀ ਆ, ਤੇ ਰਾਜੀਵ ਨੂੰ ਵੀ ਕਹਿ ਵੀ ਉਹ ਆਪਣੀ ਵਿਲ ਕਰ ਦੇਵੇ। ਮਤਲਬ ਸਮਝ ਗਏ ਤੁਸੀਂ? ਮੈਂ ਆਪਣੀ ਵਿਲ ਲਿਖ ਦਿੱਤੀ ਹੈ। ਵਿਲ ਆਦਮੀ ਉਦੋਂ ਲਿਖਦਾ, ਮੈਂ ਤਾਂ ਲਿਖੀ ਨਹੀਂ, ਹਲੇ ਮੇਰੀ 73 ਸਾਲ ਦੀ ਉਮਰ, ਮੈਨੂੰ ਮੌਤ ਤੋਂ ਡਰ ਵੀ ਨਹੀਂ ਲੱਗਦਾ, ਪਰ ਵਿਲ ਆਦਮੀ ਉਦੋਂ ਲਿਖਦਾ ਜਦੋਂ ਉਸ ਨੂੰ ਉਸ ਦੇ ਉੱਤੇ ਮੌਤ ਦਾ ਸਾਇਆ ਆਇਆ ਹੋਇਆ ਹੋਵੇ, ਉਹਨੂੰ ਹੋਵੇ ਵੀ ਮੈਂ ਆਪਣਾ ਜੋ ਜਾਇਦਾਦ, ਜੋ ਲੈਣਾ ਦੇਣਾ, ਜੋ ਲਿਖਦੇ ਆ ਆਪਣੇ ਬੱਚਿਆਂ ਨੂੰ। ਉਸ ਨੇ ਇੰਦਰਾ ਗਾਂਧੀ ਨੇ ਆਪਣੀ ਨੂੰਹ ਨੂੰ ਸੋਨੀਆ ਗਾਂਧੀ ਨੂੰ ਕਿਹਾ, ਇਹ ਉਹ ਕਿਤਾਬ ਜਿਹੜੀ ਰਾਜੀਵ ਆਫ ਸੋਨੀਆ ਉਹਦੇ ਵਿੱਚ ਲਿਖੀ ਹੋਈ ਗੱਲ ਹੈ। ਉਹ ਕਹਿੰਦੀ ਵੀ ਅਸੀਂ ਇੰਨੇ ਚਿੰਤਤ ਹੋ ਗਏ, ਇੰਨਾ ਸਾਨੂੰ ਫਿਕਰ ਹੋ ਗਿਆ, ਮੈਂ ਵੀ ਆਪਣੀ ਵਿਲ ਲਿਖ ਦਿੱਤੀ। ਮੈਂ ਰਾਜੀਵ ਗਾਂਧੀ ਨੂੰ ਵੀ ਕਿਹਾ, ਰਾਜੀਵ ਗਾਂਧੀ ਦੀ ਉਮਰ ਉੱਥੇ ਉਸ ਵੇਲੇ 40 ਸਾਲ ਦੀ ਸੀ, ਮੌਤ ਨਾ ਨੇੜੇ ਨਾ ਤੇੜੇ, ਨੌਜਵਾਨ ਆਦਮੀ ਸੀ। ਉਸ ਨੇ ਵੀ ਵਿਲ ਲਿਖ ਦਿੱਤੀ ਵੀ ਮੇਰਾ ਜੋ ਕੁਛ ਹੈ ਉਹਦਾ ਜੋ ਹਿਸਾਬ ਕਿਤਾਬ, ਉਹ ਤਾਂ ਦੂਸਰੀ ਗੱਲ, ਆਪਾਂ ਨੂੰ ਡਿਟੇਲ 'ਚ ਜਾਣ ਦੀ ਲੋੜ ਆ। ਮੇਰਾ ਕਹਿਣ ਤੋਂ ਮਤਲਬ ਇਹ ਹੈ, ਆਦਮੀ ਮੌਤ ਕੀ ਚੀਜ਼ ਹੈ। ਸਿੱਖੀਜ਼ਮ ਦੇ ਵਿੱਚ ਉਹਦੀ ਬਹੁਤ ਵਿਆਖਿਆ ਹੈ, ਬੜੀ ਦਿਲਚਸਪ ਵਿਆਖਿਆ ਹੈ। ਜਿਹੜੀ ਅਸਲੀ ਮੌਤ ਹੈ ਨਾ, ਉਹ ਹੈ ਰੱਬ ਨਾਲ ਮਿਲਣ, ਮੀਟਿੰਗ ਵਿਦ ਵਨ। ਔਰ ਜੇ ਆਪਣੇ ਪਿਆਰੇ ਨਾਲ ਮਿਲਣਾ, ਜਿਸ ਨਾਲ ਤੁਹਾਡਾ ਇਸ਼ਕ ਹੈ, ਜਿਸ ਨਾਲ ਤੁਹਾਡਾ ਪਿਆਰ ਹੈ, ਜਿਸ ਨਾਲ ਤੁਹਾਡਾ ਲਾਵਾ, ਫਿਰ ਰੋਣਾ ਪਿੱਟਣਾ ਕਾਹਦੇ ਲਈ, ਡਰ ਕਿਸ ਚੀਜ਼ ਦਾ। ਤਾਂ ਉਹ ਆਦਮੀ ਜਿਸ ਦਾ ਰੱਬ ਦੇ ਨਾਲ ਪਿਆਰ ਹੈ, ਉਹ ਜਦੋਂ ਮੌਤ ਦੇ ਨੇੜੇ ਜਾਂਦਾ, ਹੱਸਦਾ ਖੇਡਦਾ ਕੁੱਦਦਾ ਜਾਂਦਾ। ਇਸੇ ਕਰਕੇ ਬਹੁਤੇ ਬਜ਼ੁਰਗ ਪਿੰਡਾਂ 'ਚ ਜਾਂਦੇ ਆ ਨਾ, ਉਹ ਜਦੋਂ ਗੁਜ਼ਰ ਜਾਂਦੇ ਆ ਤਾਂ ਉਸ ਨਾਲ ਦਾ ਮਰਨ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾਂਦਾ, ਡੈਥ ਉਹਦੀ ਸੈਲੀਬ੍ਰੇਟ ਕੀਤੀ ਜਾਂਦੀ ਹੈ। ਕਿਸ ਤਰ੍ਹਾਂ ਕੀਤੀ ਜਾਂਦੀ ਆ? ਲੱਡੂ ਬਣਾਏ ਜਾਂਦੇ ਆ, ਜਲੇਬੀਆਂ ਬਣਾਈਆਂ ਜਾਂਦੀਆਂ, ਹੋਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਗਿਫਟ ਦਿੱਤੇ ਜਾਂਦੇ ਆ, ਜੋ ਵੀ ਇਸ ਤਰ੍ਹਾਂ ਭੋਗ ਪੈਣ ਤੋਂ ਉਪਰੰਤ ਇਸ ਤਰ੍ਹਾਂ ਦਾ ਹੁੰਦਾ। ਮੇਰੇ ਫਾਦਰ ਦੀ ਡੈਥ ਹੋਈ ਸੀ, ਉਹ 95 ਸਾਲ ਦੇ ਸੀ। ਉਹਦਾ ਵੀ ਮੈਂ ਤਾਂ ਬਾਹਰ ਰਹਿਣਾ, ਮੇਰੇ ਭਰਾ ਨੂੰ ਕਹਿੰਦੇ ਵੀ ਐਂ ਕਰੋ, ਤੁਹਾਡਾ ਪਿਤਾ ਜੀ ਖੁਸ਼ੀ ਨਾਲ ਗਏ ਆ, ਸੰਤੁਸ਼ਟੀ ਨਾਲ ਗਏ ਆ, ਹੈਪੀਨੈਸ ਨਾਲ ਗਏ ਆ। ਇਹ ਮੌਤ ਦੇ ਦੋ ਸੰਦਰਭ ਹੈ। ਇੱਕ ਮੌਤ ਹੈ ਡਰ ਲੱਗ ਰਿਹਾ। ਕੀ ਡਰ ਲੱਗ ਰਿਹਾ? ਕਿ ਜਦੋਂ ਮੌਤ ਹੋਏਗੀ ਤਾਂ ਮੈਨੂੰ ਉੱਥੇ ਰਾਖਸ਼ ਖਾਣਗੇ, ਮੈਨੂੰ ਉੱਥੇ ਸ਼ੇਰ ਬਗਿਆੜ ਖਾਣਗੇ, ਮੈਨੂੰ ਉੱਥੇ ਯਮਦੂਤ ਖੜੇ ਹੋਣੇ ਆ ਜਿਨ੍ਹਾਂ ਨੇ ਮੈਨੂੰ ਟਾਰਚਰ ਕਰਨਾ, ਔਰ ਮੈਨੂੰ ਪਕੜ ਕੇ ਟਾਰਚਰ ਕਰਨਗੇ, ਮੇਰਾ ਇੱਕ ਇੱਕ ਵਾਲ ਕੱਟ ਦੇਣਗੇ, ਪੁੱਟ ਲੈਣਗੇ, ਮੇਰਾ ਇੱਕ ਇੱਕ ਮਾਸ ਨੋਚ ਲੈਣਗੇ। ਮੈਂ ਤਾਂ ਬਹੁਤ ਡਰ ਲੱਗਦਾ, ਮੈਨੂੰ ਬਹੁਤ ਭੈ ਲੱਗਦਾ। ਉਹ ਆਦਮੀ ਆਪਣੀ ਮੌਤ ਤੋਂ ਪਹਿਲਾਂ ਕਈ ਵਾਰੀ ਮਰ ਜਾਂਦਾ। ਇਹ ਸੰਤ ਜਰਨੈਲ ਸਿੰਘ ਨੇ ਕਹੀ ਵੀ ਗੱਲ, ਮੈਂ ਉਹਨਾਂ ਨੂੰ ਕੋਟ ਕਰ ਰਿਹਾ। ਤੋ ਇਹ ਚੀਜ਼ ਜਿਹੜੀ ਸੀ ਇਹ ਬਹੁਤ ਇੰਪੋਰਟੈਂਟ ਆ, ਬਹੁਤ ਅਹਿਮ ਆ ਦੱਸਣ ਲਈ। ਇਹ ਮਤੇ ਸਮਝੋ, ਕਈ ਵਾਰੀ ਕੌਮਾਂ ਦੀ ਜਦੋਂ ਲੜਾਈ ਹੁੰਦੀ ਆ ਤਾਂ ਲੱਗਦਾ ਐਪਰੈਂਟਲੀ ਇਹ ਆ ਵੀ ਫਲਾਨਾ ਹਾਰ ਗਿਆ, ਫਲਾਨਾ ਜਿੱਤ ਗਿਆ, ਕਿਉਂਕਿ ਬਹੁਤੇ ਲੋਕ ਗਹਿਰਾਈ ਤੱਕ ਨਹੀਂ ਜਾਂਦੇ।
ਬਹੁਤੇ ਲੋਕ ਡੈਪ ਤੱਕ ਨਹੀਂ ਜਾਂਦੇ, ਉਹ ਉੱਪਰਲੀ ਗੱਲ ਦੇਖ ਲੈਂਦੇ ਆ। ਐਂ ਲੱਗਦਾ ਜਿਵੇਂ ਸਿੱਖ ਹਾਰ ਗਏ, ਇੰਦਰਾ ਗਾਂਧੀ ਜਿੱਤ ਗਈ। ਉਹ ਨਹੀਂ, ਸਿੱਖ ਹਾਰੇ ਨਹੀਂ। ਲੜਾਈ ਦਾ ਫੈਸਲਾ ਹਲੇ ਹੋਣਾ, ਲੜਾਈ ਦਾ ਡਿਸੀਜਨ ਹਲੇ ਹੋਣਾ। ਲੜਾਈ ਦੇ ਉੱਤੇ ਕੌਣ ਜਿੱਤਿਆ ਕੌਣ ਹਾਰਿਆ ਹਲੇ ਲਿਖਿਆ ਜਾਣਾ। ਇਹ ਇਨਡਿਸਾਈਸਿਵ ਫਾਈਟ ਹੈ, ਇਹ ਨਾਮ ਮੁਕੰਮਲ ਫਾਈਟ ਹੈ। ਹਲੇ ਲੜਾਈ ਚੱਲ ਰਹੀ ਹੈ, ਵਾਇਰਸ ਤਾਂ ਵਿੱਚ ਹੈ, ਲੜਾਈ ਚੱਲ ਰਹੀ ਹੈ। ਸਿੱਖ ਲੜ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਮੈਂ ਇਸ ਤੋਂ ਆਜ਼ਾਦ ਹੋ ਕੇ ਆਪਣੇ ਆਪ ਨੂੰ ਇੱਕ ਇੰਡੀਪੈਂਡੈਂਟ ਬਣਾ ਲਾਂ। ਹਲੇ ਲੜਾਈ ਹੋ ਰਹੀ ਹੈ। ਮੈਂ ਤੁਹਾਨੂੰ ਬਹੁਤ ਮਿਸਾਲਾਂ ਦੇ ਸਕਦਾ ਜਿਹੜੀਆਂ ਤੁਹਾਨੂੰ ਇਹ ਗੱਲ ਸਮਝਾ ਦੇਣਗੀਆਂ ਕਿ ਲੜਾਈਆਂ ਮੁੱਕਦੀਆਂ ਨਹੀਂ ਹੁੰਦੀਆਂ, ਬੈਟਲਸ ਲੜੀਆਂ ਜਾਂਦੀਆਂ। ਵਾਰਸ ਦਾ ਬਹੁਤ ਲੰਬੇ ਅਰਸੇ 'ਤੇ ਫੈਸਲਾ ਹੁੰਦਾ। ਤੁਹਾਨੂੰ ਪਤਾ, ਫਸਟ ਐਂਗਲੋ ਸਿੱਖ ਵਾਰ, ਸੈਕੰਡ ਐਂਗਲੋ ਸਿੱਖ ਵਾਰ, 4 ਬੈਟਲਸ ਹੋਈਆਂ ਦੋਨਾਂ 'ਚ। ਇਹ ਇੱਕ ਬੈਟਲ ਹੈ, ਵਾਰ ਨਹੀਂ ਹੈ, ਐਂਡ ਹਲੇ ਆਇਆ ਨਹੀਂ। ਤਾਂ ਕੀ ਹੈ ਇਸ ਦੇ ਵਿੱਚ ਹੋਰ? ਉਹ ਬੈਠੇ, ਮੈਨੂੰ ਉਹਨਾਂ ਦਾ ਇੱਕ ਸੁਨੇਹਾ। ਉਹ ਆਪਣੇ ਕੀ ਨਾਮ, ਤੁਹਾਡਾ ਨਾਮ ਭੁੱਲ ਗਿਆ ਮੈਂ, ਖਾਲਿਸਤਾਨੀ ਵੀਰ ਮੇਰਾ ਹੈ ਜੀ, ਸਰਦਾਰ ਅਜੀਤ ਸਿੰਘ, ਜਿਹੜਾ ਤੁਹਾਡੇ ਖਿਲਾਫ ਲੜ ਰਿਹਾ ਨਾ ਖਾਲਸਾ ਜੀ ਦਰਬਾਰ ਸਾਹਿਬ ਦੇ ਵਿੱਚ ਵੀ। ਉਹ ਕੀ ਕਹਿ ਰਿਹਾ? ਜਿਹਨੂੰ ਵੀ ਮਾਰ ਰਿਹਾ, ਕੀ ਕਹਿ ਕੇ ਮਾਰ ਰਿਹਾ? ਉਹ ਜੇ ਬੱਚੇ ਨੂੰ ਵੀ ਮਾਰ ਰਿਹਾ ਨਾ ਕਿਸੇ ਨੂੰ, ਉਹਨੂੰ ਇਹ रियलाइजेशन करा रहा भी तू खालिस्तानी है, आप खालिस्तान मांगते थे, अभी आप पानी मांग रहे हो। हमारी ड्यूटी है कि आपको मारना, हमारी ड्यूटी आपको पानी पिलाने की नहीं। देवर फाइटिंग अगेंस्ट खालिस्तान। हुण सिख कई बेचारे उइयों डरदे। खालिस्तान कोई क्राइम नहीं है, खालिस्तान थोड़ा एक विरसा है, खालिस्तान थोड़ी एक हैरीटेज है। की है खालिस्तान? ਕਿਹੜਾ ਹੋਊਗਾ ਜਿਹਦੇ ਤੁਸੀਂ ਡਰਦੇ ਹੋ? ਮੂੰਹ ਖੋਲ ਦੇ। ਨਹੀਂ ਖਾਲਿਸਤਾਨ ਖਾ ਦਿਓ ਤੈਨੂੰ ਖਾਲਿਸਤਾਨ। ਮੈਨੂੰ ਤਾਂ ਨਹੀਂ ਖਾਦਾ ਹਲੇ ਖਾਲਿਸਤਾਨ ਨੇ, ਮੈਂ ਇੰਜੋਏ ਕਰਦਾ ਖਾਲਿਸਤਾਨ। ਹਾਂ, ਜੇ ਮੈਂ ਇਹ ਗੱਲ ਕਹਾਂ ਕਿ ਖਾਲਿਸਤਾਨ ਤੁਸੀਂ ਬੰਦੂਕ ਫੜ ਲਓ, AK-47 ਜਾਂ ਬੰਬ ਲੈ ਲਓ, ਮਾਰੋ 500-700 ਹਿੰਦੂ, ਦੈਨ ਆਈ ਐਮ ਕੌਟ ਇਨ ਦੀ ਲਾਅ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਇੱਕ ਫੈਸਲਾ, ਉਹ ਕੀ ਫੈਸਲਾ ਕਿ ਭਾਈ ਨੌਨ ਵਾਇਲੈਂਟ ਮੀਨਸ ਨਾਲ ਡੈਮੋਕ੍ਰੈਟਿਕ ਤਰੀਕੇ ਨਾਲ ਤੁਸੀਂ ਕੋਈ ਮੰਗ ਰੱਖ ਸਕਦੇ। ਖਾਲਿਸਤਾਨ ਇੱਕ ਸੁਪਨਾ ਹੈ, ਇੱਕ ਤਸੱਵਰ ਹੈ, ਇੱਕ ਇਮੈਜੀਨੇਸ਼ਨ ਹੈ। ਕਿਉਂ ਨਹੀਂ ਬਈ? ਕਿਉਂ ਤੁਸੀਂ ਉਸ ਇਮੈਜੀਨੇਸ਼ਨ, ਉਸ ਸੁਪਨੇ ਨੂੰ ਆਪਣੇ ਬੱਚਿਆਂ ਤੋਂ ਕਿਉਂ ਡਿਪਰਾਈਵ ਕਰਦੇ ਹੋ? ਕਿੰਨੇ ਮਾੜੇ ਬੰਦੇ ਹੋ। ਜੇ ਤੁਹਾਡਾ ਬੱਚਾ ਇਹ ਸੁਪਨਾ ਲੈਣਾ ਚਾਹੁੰਦਾ ਵੀ ਸਾਡਾ ਇੱਕ ਮੁਲਕ ਹੋਏਗਾ, ਅਸੀਂ ਉੱਥੇ ਇਸ ਤਰ੍ਹਾਂ ਦਾ ਰਾਜ ਕਰਾਂਗੇ, ਅਸੀਂ ਜ਼ੁਲਮੋ ਸਿਤਮ ਹੋਣੇ ਨਹੀਂ ਦੇਵਾਂਗੇ, ਅਸੀਂ ਕਿਸੇ ਤੇ ਅਤਿਆਚਾਰ ਨਹੀਂ ਹੋਣ ਦੇਵਾਂਗੇ, ਅਸੀਂ ਉੱਥੇ ਸਭ ਨੂੰ ਬਰਾਬਰ ਦੇ ਅਧਿਕਾਰ ਦੇਵਾਂਗੇ, ਕਿਸੇ ਨਾਲ ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ। ਕਿਉਂ ਨਹੀਂ ਤੁਸੀਂ ਇਹ ਗੱਲ ਕਹਿ ਸਕਦੇ? ਮੇਰੀ ਇੱਕ ਕਿਤਾਬ ਹੈ, ਇਸੇ ਆ ਕਿਤਾਬਾਂ ਦੇ ਵਿੱਚ ਇਨਸਾਈਟਸ ਇਨਟੂ ਸਿੱਖ ਰਿਲੀਜਨ ਐਂਡ ਹਿਸਟਰੀ, ਦ ਸਿੱਖ ਰੂਲ ਐਂਡ ਰਣਜੀਤ ਸਿੰਘ। ਹੁਣ ਮੈਂ ਦੱਸਦਾ ਖਾਲਿਸਤਾਨ ਨੂੰ ਕਿਉਂ ਨਫ਼ਰਤ ਕਰਦੇ ਹੋ। ਔਰ ਫਿਰ ਕਈ ਕਹਿ ਦਿੰਦੇ ਉਹੀ ਹੀ ਡਰਦੇ। ਉਹ ਤੁਸੀਂ ਚੁੱਪ ਰਹੋ, ਜੇ ਤੁਹਾਨੂੰ ਹਜ਼ਮ ਨਹੀਂ ਆਉਂਦਾ ਖਾਲਿਸਤਾਨ, ਚੁੱਪ ਰਹੋ। ਤੋ ਕਹਿ ਦਿੰਦੇ ਆ ਜੀ ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਗੱਲ ਕਹੀ ਸੀ ਕਿ ਸਾਰੀ ਦੁਨੀਆ ਦੇ ਵਿੱਚ ਤੁਸੀਂ ਮਤਲਬ ਆਪਣਾ ਨਾਮ ਪਹੁੰਚਾਉਣਾ, ਗੁਰੂ ਦਾ ਨਾਮ ਪਹੁੰਚਾਉਣਾ, ਜਾਂ ਕੁਛ ਕਹਿਣਾ, ਜੋ ਵੀ ਕਿਸ ਤਰ੍ਹਾਂ ਆਪਣੀ ਲੈਂਗੁਏਜ ਕਹਿੰਦੇ ਆ। ਉਹ ਭਾਈ ਜੇ ਖਾਲਿਸਤਾਨ ਇੱਕ ਖਿੱਤੇ 'ਚ ਬਣ ਜੂ, ਕਿਸੇ ਖਿੱਤੇ 'ਚ ਬਣ ਜੂ, ਤਾਂ ਤੁਸੀਂ ਆਪਣਾ ਨਾਮ ਪਹੁੰਚਾ ਦਿਓ, ਉਹ ਤਾਂ ਲੈ ਲਓ, ਉਹਦੇ 'ਚ ਕੀ ਗੁਨਾਹ? ਤਾਂ ਮੈਂ ਦੱਸ ਰਿਹਾ ਸੀ ਇਸੇ ਕਿਸਮ ਦੀ ਇੱਕ ਗੱਲ ਤੁਹਾਨੂੰ ਸੁਣਾਉਣਾ, ਜਿਊਜ਼ ਦੀ ਹਿਸਟਰੀ, ਜਿਊਜ਼ ਦੇ ਇਤਿਹਾਸ ਦੇ ਵਿੱਚੋਂ। ਉਹ ਕੀ ਹੈ? ਜਿਹੜੇ ਜਿਊਜ਼ ਆ ਉਹਨਾਂ ਦੇ ਕਈ ਪੈਰਲਲ ਸਿੱਖਾਂ ਬਰਾਬਰ ਆ। ਸਿੱਖਾਂ ਦੀ ਆਬਾਦੀ ਤਕਰੀਬਨ 19 ਕੀ ਹੈ, ਜਿੰਨੀ ਜਿਊਜ਼ ਦੀ ਆਬਾਦੀ ਆ 19 ਕੀ ਆਬਾਦੀ ਹੈ। ਸਿੱਖਾਂ ਦੇ ਕੋਲ ਜਿਹੜਾ ਅੱਜ ਦਾ ਪੰਜਾਬ ਹੈ ਵੱਡਾ ਇਜ਼ਰਾਈਲ ਨਾਲੋਂ, ਟੈਰੀਟੋਰੀਅਲ ਸਿੱਖਾਂ ਦੀ ਥੋੜ੍ਹੀ ਜਿਹੀ ਆਬਾਦੀ ਵੀ ਵੱਧ ਆ ਇਜ਼ਰਾਈਲ ਜਿਊਜ਼ ਨਾਲੋਂ। 3 ਵਾਰੀ 70 BC, ਕ੍ਰਾਈਸਟ ਤੋਂ 70 ਸਾਲ ਪਹਿਲਾਂ ਦੀ ਗੱਲ ਆ, 3 ਵਾਰੀ ਯਰੂਸ਼ਲਮ ਦੇ ਉੱਤੇ ਅਟੈਕ ਕੀਤਾ ਰੋਮਨਸ ਨੇ।
ਔਰ ਉਹਨਾਂ ਨੇ ਸਾਰੇ ਜੇਰੂਸਲਮ ਨੂੰ ਤੈਸ਼ ਨੈਸ਼ ਕਰ ਦਿੱਤਾ। ਲਫ਼ਜ਼ ਆ ਹਰੋ ਕਰ ਦਿੱਤਾ। ਹਰੋ ਹੁੰਦਾ ਸੁਹਾਗਾ ਫੇਰ ਦੇਣਾ, ਮਤਲਬ ਇਤਨਾ ਜ਼ੁਲਮ ਕੀਤਾ, ਇਤਨਾ ਉਹਨਾਂ ਤੇ ਤਸ਼ੱਦਦ ਕੀਤਾ, ਇਤਨਾ ਅਤਿਆਚਾਰ ਕੀਤਾ ਕਿ ਉਸ ਨੂੰ ਸੁਹਾਗਾ ਫੇਰ। ਇਮੈਜਿਨ ਕਰੋ। ਔਰ ਇਹ ਗੱਲ ਕਹਿਤੀ ਵੀ ਜੇ ਆਉਣਾ ਇੱਥੇ ਆਉਣਾ ਤੁਸੀਂ ਜੇਰੂਸਲਮ 'ਚ ਇੱਕ ਵਾਰੀ ਮਹੀਨੇ 'ਚ ਆ ਸਕਦੇ, ਬਸ, ਨਾਟ ਮੋਰ ਦੈਨ ਦੈਟ। ਤਾਂ 3 ਵਾਰੀ ਪਹਿਲਾਂ ਹਾਰ ਚੁੱਕੇ ਸੀ। ਚੌਥੀ ਵਾਰੀ ਫਿਰ ਉੱਥੇ ਜਿਊਜ਼ ਜਿਹੜੇ ਇਕੱਠੇ ਹੋਏ, ਉਹਨਾਂ ਨੇ ਬੈਠ ਕੇ ਸੋਚਿਆ, ਆਪਸ ਘੁਸਰ ਮੁਸਰ ਕਰਕੇ ਓਪਨਲੀ ਕਰ ਨਹੀਂ ਸੀ ਸਕਦੇ। ਜਿਵੇਂ ਹੁਣ ਖਾਲਿਸਤਾਨ ਦੀ ਗੱਲ ਕਹਿਣੀ ਲੋਕ ਡਰਦੇ ਹੈ ਕਿ ਨਹੀਂ, ਤਾਂ ਉਸੇ ਤਰੀਕੇ ਨਾਲ ਉਹਨਾਂ ਨੇ ਆਪਸ ਘੁਸਰ ਮੁਸਰ ਕੀਤੀ ਵੀ ਕੀ ਕਰੀਏ, ਕਿਹੜਾ ਰਸਤਾ ਲੱਭੀਏ। ਤਾਂ ਉਹ ਕੀ ਕਹਿੰਦੇ, ਇਕੱਠੇ ਹੋ ਕੇ ਇੱਕ ਉਹਨਾਂ ਦਾ ਰਬਾਈ ਸੀ, ਉਹਨੂੰ ਕਹਿੰਦੇ ਜਿਹੜਾ ਪ੍ਰੀਸਟ ਹੁੰਦਾ ਰਬਾਈ ਕਹਿੰਦੇ ਉਹਨੂੰ, ਉਸ ਦੇ ਕੋਲ ਗਏ। ਬੜਾ ਸਿਆਣਾ ਆਦਮੀ ਸੀ। ਉਹਨਾਂ ਦੇ ਰਬਾਈ ਜਿਹੜੇ ਬੜੇ ਪੜ੍ਹੇ ਲਿਖੇ ਵਿਦਵਾਨ ਹੁੰਦੇ, ਤਾਂ ਉਸ ਨੂੰ ਕਹਿਣ ਲੱਗੇ ਕਿ ਮਹਾਰਾਜ ਦੱਸੋ ਕੀ ਕਰੀਏ, ਬੜੀ ਮੁਸੀਬਤ ਆ, 3 ਵਾਰੀ ਲੜਾਈਆਂ ਲੜੀਆਂ, ਆਜ਼ਾਦੀ ਮਿਲ ਨਹੀਂ ਰਹੀ, ਗੁਲਾਮ ਹੋ ਗਏ, ਸਭ ਕੁਝ ਹੋ ਗਿਆ। ਤਾਂ ਉਹ ਉਹਨੂੰ ਕਹਿਣ ਲੱਗੇ ਵੀ ਸਾਨੂੰ ਤੁਸੀਂ ਸਮਝਾਓ ਅਸੀਂ ਹੁਣ ਕੀ ਕਰੀਏ। ਉਹ ਕਹਿੰਦਾ ਵੀ ਐਂ ਕਰੋ, ਮੈਨੂੰ ਕੌਫਿਨ 'ਚ ਪਾ ਲਓ, ਬਕਸੇ 'ਚ ਜਿਵੇਂ ਗੋਰੇ ਲਿਜਾਂਦੇ ਆ, ਅਤੇ ਇਸ ਸ਼ਹਿਰ ਤੋਂ ਬਾਹਰ ਕੱਢ ਦਿਓ। ਜੇ ਸ਼ਹਿਰ 'ਚ ਪਤਾ ਲੱਗ ਗਿਆ ਉਹਨਾਂ ਦੀ ਫੌਜ ਆਏਗੀ, ਸਭ ਦਾ ਕਤਲੋਗਾਰਤ ਕਰ ਦੇਗੀ, ਉੱਥੇ ਬੈਠ ਕੇ ਗੱਲ ਕਰਾਂਗੇ ਜੰਗਲ 'ਚ। ਜੰਗਲ ਚਲੇ ਗਏ। ਉਹ ਕਹਿੰਦਾ ਵੀ ਤੁਸੀਂ 3 ਵਾਰੀ ਲੜਾਈ ਹਾਰ ਚੁੱਕੇ ਹੋ, ਹਲੇ ਸਾਹ ਲੈ ਲਓ, ਦਮ ਲੈ ਲਓ, ਔਰ ਸਾਹ ਤੇ ਦਮ ਲੈਣ ਦੇ ਵਿੱਚ ਕੋਈ ਐਸੀ ਹਰਕਤ ਨਾ ਕਰਨਾ ਵੀ ਚੌਥੀ ਵਾਰ ਫੇਰ ਤੁਹਾਡੇ ਤੇ ਉਹ ਹੱਲਾ ਬੋਲਣ। ਉਹ ਕਹਿੰਦੇ ਮਹਾਰਾਜ ਕਰੀਏ ਕੀ? ਉਹ ਕਹਿੰਦਾ ਵੀ 3 ਕੰਮ ਕਰਨੇ ਆ ਸਿਰਫ ਤੁਸੀਂ, ਚੌਥਾ ਕੰਮ ਕੋਈ ਕਰਨਾ ਹੀ ਨਹੀਂ। ਉਹ ਕਹਿੰਦੇ ਦੱਸੋ? ਉਹ ਕਹਿੰਦੇ ਜਿਹੜੀ ਟੋਰਾ ਉਹਨਾਂ ਦੀ ਸਕ੍ਰਿਪਚਰ, ਜਿਵੇਂ ਗੁਰੂ ਗ੍ਰੰਥ ਸਾਹਿਬ ਆ, ਇਸ ਤਰ੍ਹਾਂ ਉਹਨਾਂ ਦੀ ਸਕ੍ਰਿਪਚਰ, ਉਹ ਆਪਣੇ ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਉਣੀ, ਹਰ ਹਾਲਤ ਹਰ ਹੀਲੇ 'ਚੋਂ ਤੁਸੀਂ ਪੜ੍ਹਾਉਣੀ ਹੈ। ਦੂਸਰੀ, ਉਹ ਕਹਿੰਦਾ ਵੀ ਦੂਸਰੀ ਕੀ ਕੰਮ ਕਰੀਏ? ਕਹਿੰਦਾ ਜਿਹੜੀ ਹੀਬਰੂ ਲੈਂਗੁਏਜ ਆ ਉਹ ਵੀ ਜ਼ਰੂਰ ਸਿਖਾਉਣੀ ਹੈ, ਜਿਵੇਂ ਆਪਣੀ ਪੰਜਾਬੀ ਜ਼ਬਾਨ। 2 ਕੰਮ ਹੋ ਗਏ ਨਾ। ਉਹ ਕਹਿੰਦੇ ਮਹਾਰਾਜ ਤੀਜਾ ਕੰਮ ਕੀ ਕਰੀਏ? ਉਹ ਕਹਿੰਦਾ ਤੀਜਾ ਕੰਮ, ਜਦੋਂ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ ਦਾ ਬੱਚਾ ਹੁੰਦਾ, ਆਪਣੀ ਮਾਂ ਦੀ ਗੋਦੀ 'ਚ ਰਾਤ ਨੂੰ ਸੌਂਦਾ, ਮਾਂ ਉਹਦੇ ਕੰਨ ਦੇ ਵਿੱਚ ਇੱਕ ਗੱਲ ਕਹਿ ਦੇ ਕਿ ਪੁੱਤ ਜਾਂ ਬੇਟੀ, ਜਦੋਂ ਤੂੰ ਸੁਬਾਹ ਉੱਠੇਗਾ ਜਾਂ ਉੱਠੇਗੀ ਤਾਂ ਉਸ ਵੇਲੇ ਸਾਡਾ ਇਸ ਦੁਨੀਆ ਦੇ ਤਖਤੇ ਦੇ ਉੱਤੇ ਰਾਜ ਹੋਵੇਗਾ। ਬਸ ਇੰਨੀਓ ਗੱਲ ਕਹਿਣੀ, ਔਰ ਇਹ ਗੱਲ ਬਾਹਰ ਨਹੀਂ ਕੱਢਣੀ। ਉਹ ਤਾਂ ਤੁਹਾਨੂੰ ਪਤਾ ਵੀ 2700 ਸਾਲ ਦੀ ਪਰਸੀਕਿਊਸ਼ਨ ਦਾ ਪੀਰੀਅਡ ਆ। 2700 ਸਾਲ ਦੀ ਪਰਸੀਕਿਊਸ਼ਨ ਛੋਟੀ ਨਹੀਂ। ਸਾਡਾ ਤਾਂ ਇਤਿਹਾਸ 5.5 ਸਾਲ ਦਾ, 550 ਸਾਲ ਦਾ। ਉਹਨਾਂ ਦਾ 2700 ਸਾਲ ਦੀ ਪਰਸੀਕਿਊਸ਼ਨ ਦਾ ਪੀਰੀਅਡ ਆ, ਜਿਸ ਦੇ ਵਿੱਚ ਉਹਨਾਂ ਦੇ ਅਜੀਬੋ ਗਰੀਬ ਕਿਸਮ ਦੇ ਅਤਿਆਚਾਰ ਹੋਏ। ਹੁਣੇ ਮੈਂ ਇੱਕ ਕਿਤਾਬ ਪੜ੍ਹ ਰਿਹਾ ਜਿਸ ਦੇ ਵਿੱਚ ਹਿਟਲਰ ਬਾਰੇ ਦੱਸਿਆ ਕਿ ਉਸਨੇ ਕਾਲੇ ਜਿਹੜੇ ਜਾਦੂ ਸੀ ਉਹ ਵੀ ਅਪਲਾਈ ਕੀਤੇ ਵੀ ਇੱਕ ਵਾਰੀ ਉਹਨਾਂ ਨੂੰ ਤੈਸ਼ ਨੈਸ਼ ਕਰ ਦਿਓ। ਕੋਈ ਹੀਲਾ ਐਸਾ ਛੱਡਿਆ ਨਹੀਂ। ਗੈਸ ਚੈਂਬਰਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਐਂ ਉਡਾ ਦਿੱਤਾ। 80 ਲੱਖ ਜਿਊ, ਇਹ ਰਿਕਾਰਡਡ ਹੈ, 80 ਲੱਖ ਜਿਊਜ਼ ਆ ਜਿਹੜੇ ਉਹ ਗੈਸ ਚੈਂਬਰ ਦੇ ਵਿੱਚ ਭੁੰਨ ਕੇ ਸਿੱਟਦੇ ਹਿਟਲਰ। ਕਿੱਥੇ ਗਿਆ ਹਿਟਲਰ? ਕਿੱਥੇ ਗਿਆ ਹਿਟਲਰ? ਔਰ ਕਿੱਥੇ ਅੱਜ ਜਿਊ? ਅੱਜ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਦੁਨੀਆ ਦੀ ਤਾਕਤਵਰ ਕੌਮਾਂ ਵਿੱਚੋਂ, ਦੁਨੀਆ ਦੇ ਤਾਕਤਵਰ ਧਰਮਾਂ ਵਿੱਚੋਂ ਜੇ ਕੋਈ ਧਰਮ ਜਾਂ ਕੌਮ ਹੈ ਉਹ ਜਿਊਜ਼, ਚਾਹੇ ਉਹਨਾਂ ਦੀ ਗਿਣਤੀ ਸਿੱਖਾਂ ਨਾਲੋਂ ਘੱਟ। ਹੁਣ ਮੈਂ ਇੱਥੇ ਹੋਰ ਵੀ ਗੱਲ ਤੁਹਾਨੂੰ ਕਹਿਣੀ ਹੈ, ਆਹ ਗੱਲ ਵੀ ਕਰੋ, ਆਪਣੇ ਬੱਚਿਆਂ ਨੂੰ ਦੱਸੋ, ਆਪਣੇ ਬੱਚਿਆਂ ਨੂੰ ਸਮਝਾਓ ਕਿ ਸਿੱਖਾਂ ਨੇ 60 ਸਾਲ ਰਾਜ ਕੀਤਾ ਇਸ ਦੁਨੀਆ ਦੇ ਤਖਤੇ ਦੇ ਉੱਤੇ, ਔਰ ਉਹ 60 ਸਾਲ ਦਾ ਰਾਜ ਉਹ ਵਿਲੱਖਣ ਰਾਜ ਹੈ, ਉਸ ਦਾ ਕੋਈ ਸਾਨੀ ਨਹੀਂ। ਕਿਵੇਂ? ਕਮਾਲ ਦੀ ਗੱਲ ਤੁਸੀਂ ਦੇਖੋ, ਐਵੇਂ ਹੀ ਅੰਦਰ ਬੜੇ ਬੈਠੇ ਹੋ, ਤੁਹਾਡੇ ਕੋਲ ਐਡਾ ਵੱਡਾ ਵਿਰਸਾ, ਐਡੀ ਵੱਡੀ ਤੁਹਾਡੀ ਟ੍ਰੈਡੀਸ਼ਨ, ਐਡਾ ਵੱਡਾ ਤੁਹਾਡਾ ਇਤਿਹਾਸ ਹੈ, ਉਈਓ ਡਰੀ ਜਾਂਦੇ ਹੋ। ਉਹ ਤੁਸੀਂ ਐਸਾ ਰਾਜ ਦਿੱਤਾ ਦੁਨੀਆ ਨੂੰ ਜਿਸ ਦੇ ਵਿੱਚ ਕਿਸੇ ਨਾਲ ਵੀ ਵਿਤਕਰਾ ਨਹੀਂ ਹੋਇਆ। ਕਿਸੇ ਮੁਸਲਮਾਨ ਨੂੰ ਸਜ਼ਾ ਦਿੱਤੀ ਗਈ ਇਸ ਗੱਲ ਦੀ ਕਿ ਭਾਈ ਸਿੱਖਾਂ ਦੇ ਵੱਡੇ ਵਡੇਰਿਆਂ ਦੇ ਉੱਤੇ ਤੁਸੀਂ ਮੁੱਲ ਰੱਖ ਲਿਆ?
ਕਿਸੇ ਸਿੱਖ ਕਿਸੇ ਮੁਸਲਮਾਨ ਨੂੰ ਮਾਰਿਆ ਗਿਆ ਇਸ ਕਰਕੇ ਵੀ ਤੁਸੀਂ ਸਿੱਖ ਗੁਰੂਆਂ ਨੂੰ ਸ਼ਹੀਦ ਕੀਤਾ ਸੀ? ਨੋ। ਕਿਉਂ? ਨੌਕਰੀ 'ਚ ਕਿਸੇ ਨਾਲ ਵਿਤਕਰਾ ਕੀਤਾ? ਨਹੀਂ। ਜ਼ਬਾਨ ਦੇ ਉੱਤੇ ਕਿਸੇ ਨਾਲ ਵਿਤਕਰਾ ਕੀਤਾ? ਨਹੀਂ। ਇਲਾਕੇ ਦੇ ਉੱਤੇ ਕਿਸੇ ਨਾਲ ਵਿਤਕਰਾ ਕੀਤਾ? ਧਰਮ ਦੇ ਉੱਤੇ ਕਿਸੇ ਨਾਲ ਵਿਤਕਰਾ ਕੀਤਾ? ਨਹੀਂ। ਇਹ ਕਿਉਂ ਹੋ ਸਕਿਆ? ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੈ ਗੁਰੂ ਗ੍ਰੰਥ ਸਾਹਿਬ। ਉਹ ਮਹਾਰਾਜ ਸਿੱਖ ਰਾਜ ਸੀ, ਉਹ ਰਣਜੀਤ ਸਿੰਘ ਦਾ ਰਾਜ ਨਹੀਂ ਸੀ। ਰਣਜੀਤ ਸਿੰਘ ਨੇ ਤਾਂ ਆਪ ਹੀ ਨਹੀਂ ਕਦੀ ਸਵੀਕਾਰ ਕੀਤਾ ਕਿ ਇਹ ਮੇਰਾ ਰਾਜ ਹੈ। ਸਰਕਾਰ ਏ ਖਾਲਸਾ, ਚਾਹੇ ਕੁਆਇਨਸ ਹੋਏ ਉਹ ਵੀ ਗੁਰੂ ਦੇ ਨਾਂ ਦੇ 10ਵੇਂ ਪਾਤਸ਼ਾਹ ਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਹੋਏ। ਸੀਲ ਵੀ ਜੇ ਆ ਅਕਾਲ ਸਹਾਏ ਆ। ਉਹ ਕੋਈ ਸਿੱਖ ਉਹਨੇ ਵਿਚਾਰੇ ਨੇ ਆਪਣਾ ਤਾਂ ਤਾਜ ਵੀ ਨਹੀਂ ਲਿਆ, ਕਲਗੀ ਵੀ ਨਹੀਂ ਲਾਈ, ਸਮਰਪਿਤ ਸੀ ਸਿੱਖੀਜ਼ਮ ਲਈ। ਔਰ ਤੁਸੀਂ ਐਵੇਂ ਬਹੁਤੇ ਬੜੇ ਮੈਂ ਦੇਖਿਆ ਲਿਖਾਰੀ ਵੀ ਬੇਹੁਦਾ ਤਰੀਕੇ ਨਾਲ ਉਹਨੂੰ ਕ੍ਰਿਟੀਸਾਈਜ਼ ਕਰਦੇ ਆ। ਹਰ ਰੋਜ਼ ਜਿਸ ਵਕਤ ਉਹ ਕੰਮ ਤੇ ਜਾਂਦਾ ਸੀ ਪੜ੍ਹ ਨਹੀਂ ਸੀ ਸਕਦਾ। 12 ਸਾਲ ਦਾ ਜ਼ਿੰਦਗੀ ਦੀ ਸਟਰਗਲ ਕਰਨ ਲੱਗਿਆ ਸੀ। 12 ਸਾਲ ਦਾ ਬੱਚਾ ਉਹ ਜ਼ਿੰਦਗੀ ਦੀ ਸਟਰਗਲ 'ਚ ਪੈ ਗਿਆ ਸੀ ਔਰ ਕਿੱਡਾ ਵੱਡਾ ਇੰਪਾਇਰ ਬਣਾਇਆ। ਅੱਜ ਦਾ ਸਾਰਾ ਪਾਕਿਸਤਾਨ, ਹਿੰਦੁਸਤਾਨ ਦਾ ਜੰਮੂ ਕਸ਼ਮੀਰ, ਔਰ ਜੇ ਸਤਲੁਜ ਤੋਂ ਪਾਰਲਾ ਸਾਰਾ ਅੱਜ ਦਾ ਪੰਜਾਬ ਕਿੱਡਾ ਵੱਡਾ ਇੰਪਾਇਰ ਸੀ। ਔਰ ਉਸ ਬੰਦੇ ਦੇ ਰਾਜ ਦੇ ਵਿੱਚ ਕਿਸੇ ਨੂੰ ਇਸ ਕਰਕੇ ਮਾਰਿਆ ਨਹੀਂ ਗਿਆ ਕਿ ਉਹ ਗੈਰ ਸਿੱਖ ਆ। ਉਸ ਨੂੰ ਇਸ ਕਰਕੇ ਨਹੀਂ, ਉਸ ਦੀ ਜੌਬ ਨਹੀਂ ਡਿਨਾਈ ਕਰੀ ਗਈ। ਜੇ ਉਹਦੀ ਮੈਰਿਟ ਆ ਤਾਂ ਕਮਾਂਡਰ ਇਨ ਚੀਫ ਆ ਮੋਹਕਮ ਚੰਦ, ਹਿੰਦੂ ਹੈ। ਕਿਉਂ ਨਹੀਂ? ਜੇ ਹਿੰਦੂ ਡਿਜ਼ਰਵ ਕਰਦਾ ਤਾਂ ਉਸ ਨੂੰ ਦਿਓ, ਜੇ ਮੁਸਲਮਾਨ ਡਿਜ਼ਰਵ ਕਰਦਾ ਉਸ ਨੂੰ ਦਿਓ। ਫਕੀਰ ਅਜ਼ੀਜ਼ੁਦੀਨ ਕੌਣ ਸੀ? ਮੁਸਲਮਾਨ ਸੀ। ਸਭ ਤੋਂ ਵੱਡਾ ਉਹਦਾ ਫੋਰਨ ਮਿਨਿਸਟਰ ਸੀ, ਉਸਦਾ ਐਡਵਾਈਜ਼ਰ ਸੀ, ਪਰਸਨਲ ਉਸਦਾ ਹਕੀਮ ਸੀ। ਤੋਂ ਮਹਾਰਾਜਾ ਰਣਜੀਤ ਸਿੰਘ ਤੇ ਸਿੱਖਾਂ ਦਾ ਜਿਹੜਾ ਮਿਸਲਾਂ ਦਾ ਰਾਜ ਆ ਉਹ ਵਿਲੱਖਣ ਆ ਦੁਨੀਆ ਦੇ। ਤੁਹਾਡੇ ਕੋਲ ਇੱਕ ਮਾਡਲ ਆ, ਨਾ ਹਿੰਦੂਆਂ ਕੋਲੋਂ ਮਾਡਲ ਆ। ਆ ਹੁਣ ਦੇਖ ਲਓ, ਆ ਮੋਦੀ ਕੱਛਾ ਮਾਰਦਾ ਸੀ ਨਾ, ਮੇਰਾ ਖਿਆਲ ਮਹੀਨਾ ਹੋ ਗਿਆ ਹਾਲੇ ਤੱਕ ਡਿਫੈਂਸ ਮਿਨਿਸਟਰ ਨਹੀਂ ਲੱਭਿਆ। ਕੀ ਕਰ ਲਓਗੇ ਤੁਸੀਂ? ਇਹਨਾਂ ਦੇ ਪੱਲੇ ਕੋਈ ਨਹੀਂ, ਡਰਨ ਦੀ ਲੋੜ ਨਹੀਂ ਕਿਸੇ ਤੋਂ। ਗੋਰਿਆਂ ਦੇ ਵੀ ਪੱਲੇ ਕੁਛ ਨਹੀਂ। ਟਾਇਰੇਡਸ ਕੀਤੇ ਇਹਨਾਂ ਨੇ, ਮੁਸਲਮਾਨਾਂ ਨਾਲ ਬਹੁਤ ਜ਼ੁਲਮ ਕੀਤਾ ਇਹਨਾਂ ਨੇ। ਮੁਸਲਮਾਨ ਨੇ ਕਿਸ ਤਰ੍ਹਾਂ ਜ਼ੁਲਮ ਕੀਤਾ ਦੂਜਿਆਂ ਦੇ ਉੱਤੇ, ਹਿੰਦੂਆਂ ਦੇ ਉੱਤੇ, ਤੁਹਾਨੂੰ ਪਤਾ ਹੀ। ਤੋ ਸਿੱਖਾਂ ਦੇ ਕੋਲ ਇੱਕ ਵਾਹਦ ਸੰਕਲਪ ਹੈ, ਸਿੱਖਾਂ ਦੇ ਕੋਲ ਇੱਕ ਐਸਾ ਕਨਸਟੀਟਿਊਸ਼ਨ ਹੈ, ਉਹ ਪਿਆ ਕਨਸਟੀਟਿਊਸ਼ਨ। ਉਸ ਨੇ ਤੁਹਾਨੂੰ ਐਸੀ ਚੀਜ਼ ਦਿੱਤੀ ਆ, ਐਸੀ ਤਹਿਜ਼ੀਬ ਦਿੱਤੀ ਆ, ਐਸੀ ਟ੍ਰੈਡੀਸ਼ਨ ਦਿੱਤੀ ਆ, ਐਸੀ ਟੋਲਰੈਂਸ ਦਿੱਤੀ ਆ, ਐਸੀ ਐਕਸੈਪਟੈਂਸ ਦਿੱਤੀ ਆ। ਨਾ ਲੈਂਗੁਏਜ ਤੇ ਡਿਸਕ੍ਰਿਮੀਨੇਸ਼ਨ ਆ, ਨਾ ਇਲਾਕੇ ਤੇ ਡਿਸਕ੍ਰਿਮੀਨੇਸ਼ਨ ਆ, ਧਰਮ ਤੇ, ਰੇਸ ਤੇ। ਉਹ ਤੁਸੀਂ ਰੋਜ਼ ਲੰਗਰ ਛਕਾਉਂਦੇ ਹੋ, ਦੁਨੀਆ ਨੂੰ ਕੋਈ ਪੁੱਛਦੇ ਹੋ ਤੂੰ ਕੌਣ ਆ? ਗੁਰਦੁਆਰੇ 'ਚ ਕੋਈ ਆਉਂਦਾ ਸੰਗਤ ਦੇ ਤੁਸੀਂ ਪੁੱਛਦੇ ਹੋ ਤੁਸੀਂ ਕੌਣ ਹੋ? ਤੁਹਾਡੇ ਕੋਲ ਹਰ ਚੀਜ਼ ਜਿਹੜੀ ਹੈ ਇਤਨੀ ਫਰਾਖ ਦਿਲੀ ਹੈ, ਇਤਨਾ ਬੜਾ ਉਸ ਦਾ ਦਾਇਰਾ ਹੈ। ਉਹੀ ਦਾਇਰੇ ਨਾਲ ਤੁਸੀਂ ਦੁਨੀਆ ਨੂੰ ਲੈ ਸਕਦੇ ਹੋ ਜੇ ਗੱਲ ਕਹਿਣ ਦੀ ਹਿੰਮਤ ਹੋਵੇ, ਜੇ ਗੱਲ ਕਹਿਣ ਦਾ ਤਰੀਕਾ ਹੋਵੇ, ਜੇ ਤੁਹਾਡੇ ਕੋਲ ਲੈਂਗੁਏਜ ਤੇ ਕਮਾਂਡ ਹੋਵੇ, ਐਕਸਪ੍ਰੈਸ਼ਨ ਹੋਵੇ ਤੁਹਾਡੇ ਕੋਲ, ਤਾਂ ਗੱਲ ਕਹਿ ਸਕਦੇ ਹੋ। ਮੂੰਹ ਮੀਚਾ ਹੋਵੇ ਗੱਲ ਨਹੀਂ ਕਹੀ ਜਾ ਸਕਦੀ। ਔਰ ਉਹ ਜਿਹੜੀ ਜ਼ਬਾਨ, ਜਿਹੜੀ ਗੱਲ ਆਏਗੀ ਉਹ ਤੁਹਾਡੇ ਹਿਰਦੇ 'ਚੋਂ ਨਿਕਲੀ ਹੋਵੇ, ਤੁਹਾਡੇ ਮਨ 'ਚੋਂ ਨਿਕਲੀ ਹੋਵੇ, ਤੁਹਾਡੀ ਕਲਪਨਾ ਵਿੱਚੋਂ ਨਿਕਲੀ ਹੋਵੇ, ਪ੍ਰਭਾਵ ਪਾਏਗੀ ਦੂਸਰੇ ਦੇ ਉੱਤੇ, ਡੈਫੀਨੇਟਲੀ ਪ੍ਰਭਾਵ ਪਾਏਗੀ, ਬਿਲਕੁਲ ਪਾਏਗੀ। ਜਿਹੜੀ ਲਿਖੀ ਹੋਈ ਚੀਜ਼ ਹੁੰਦੀ ਆ ਉਹ ਐਂਗੁਇਸ਼ ਤਾਂ ਛੱਡਦੀ ਆ ਜੇ ਤੁਹਾਡੇ ਮਨ ਦੇ ਵਲਵਲੇ ਉਸ ਜ਼ਬਾਨ ਦੇ ਵਿੱਚ ਪੈ ਕੇ ਉਸ ਨੂੰ ਐਕਸਪ੍ਰੈਸ ਕੀਤੇ ਹੋ। ਉਹ ਕਿੱਡੀ ਵੱਡੀ ਗੱਲ ਆ। ਤੁਸੀਂ ਇੱਕ ਗੱਲ ਕਰ ਲਓ, ਮੈਂ ਤੁਹਾਨੂੰ ਇੱਕ ਗੱਲ ਬਹੁਤ ਹੰਬਲੀ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਕੇ ਕਹਿਣਾ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਇੱਕ ਕੰਮ ਕਰਿਓ। ਦਸਵੰਧ ਤਾਂ ਦਿੰਦੇ ਹੋ, 0.5% ਹੋਰ ਕੰਮ ਕਰੋ, 10.5% ਕਰ ਲਓ। ਉਹ ਕੀ ਆ? 0.5% ਕਿਤਾਬਾਂ ਤੇ ਖਰਚ ਕਰੋ। ਹਰ ਸਿੱਖ ਘਰ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਅੱਜ ਜਿਹੜੀ ਦੁਨੀਆ ਹੈ ਭਾਈ ਸਾਹਿਬ, ਉਹ ਦੁਨੀਆ ਲੜਾਈ ਦੀ ਨਹੀਂ ਰਹੀ, ਆਈਡੀਆਸ ਦੀ ਦੁਨੀਆ ਹੈ। ਜੇ ਦੁਨੀਆ ਦੇ ਵਿੱਚ, ਇਸ ਦੁਨੀਆ ਦੇ ਵਿੱਚ ਤੁਸੀਂ ਵਿਚਰਨਾ ਹੈ, ਤੁਹਾਡੇ ਕੋਲ ਆਈਡੀਆਸ ਚਾਹੀਦੇ ਆ, ਤੁਹਾਡੇ ਕੋਲ ਜ਼ਬਾਨ ਚਾਹੀਦੀ ਆ, ਤੁਹਾਡੇ ਕੋਲ ਕਲਮ ਚਾਹੀਦੀ ਆ, ਤੁਹਾਡੇ ਕੋਲ ਅਕਲ ਚਾਹੀਦੀ ਹੈ। ਗੁਰੂ ਨਾਨਕ ਕੋਲ ਕਿਹੜੇ ਹਥਿਆਰ ਸੀ? ਮਾਫ ਕਰਨਾ, ਕਿਹੜੇ ਹਥਿਆਰ ਸੀ ਗੁਰੂ ਨਾਨਕ ਦੇ? ਗੁਰੂ ਨਾਨਕ ਦੇ ਕੋਲ ਇੱਕ ਐਸਾ ਵਿਜ਼ਨ ਸੀ, ਗੁਰੂ ਨਾਨਕ ਦੇ ਕੋਲ ਇੱਕ ਐਸੇ ਆਈਡੀਆ ਸੀ। ਦੁਨੀਆ ਦੇ ਵਿੱਚ ਪਿਛਲੇ 1000 ਸਾਲ ਦੇ ਵਿੱਚ ਇੱਕੋ ਹੀ ਧਰਮ ਬਣਿਆ, ਮਾਫ ਕਰਨਾ,
ਸੈਕਟ ਸਬ ਸੈਕਟ ਕਲਟ ਕੁਲਟ ਜੇ ਬਹੁਤ ਹੈ। ਉਹ ਕੀ ਬਣਿਆ ਕਿਹੜਾ ਧਰਮ? ਉਹ ਧਰਮ ਦੇ ਤਲਵਾਰ ਦੇ ਤਾਕਤ ਤੇ ਨਹੀਂ ਬਣਿਆ, ਬੰਦੂਕ ਦੀ ਤਾਕਤ ਤੇ ਨਹੀਂ ਬਣਿਆ। ਉਹ ਬਣਿਆ ਹੈ ਇੱਕ ਆਈਡੀਆਜ਼ ਦੇ ਉੱਤੇ, ਇੱਕ ਆਈਡੀਓਲੋਜੀ ਦੇ ਉੱਤੇ ਔਰ ਇਹ ਪਿਆਰ ਮੁਹੱਬਤ ਦੇ ਉੱਤੇ। ਮਾਫ ਕਰ, ਬਹੁਤ ਲੋਕਾਂ ਨੇ ਰਿਸਰਚ ਕੀਤੀ ਆ ਕਿ ਜੀ ਮੁਸਲਮਾਨਾਂ ਨੇ ਕਿਰਪਾਨ ਦੇ ਨਾਲ ਹਿੰਦੁਸਤਾਨ ਦੇ ਵਿੱਚ ਇਸਲਾਮ ਵਧਾਤਾ। ਨਹੀਂ, ਫਰੀਦ ਨੇ ਪਿਆਰ ਨਾਲ ਵਧਾਇਆ ਇਸਲਾਮ। ਮੇਰੇ ਨਾਲ ਕੋਈ ਆਦਮੀ ਬੈਠ ਕੇ ਟੇਬਲ ਦੇ ਉੱਤੇ ਗੱਲ ਕਰ ਸਕਦਾ। ਗੁਰੂ ਨਾਨਕ ਨੇ ਇੱਕ ਨਵਾਂ ਧਰਮ ਪਿਆਰ ਦੇ ਨਾਲ ਪੈਦਾ ਕੀਤਾ, ਮੁਹੱਬਤ ਦੇ ਨਾਲ ਪੈਦਾ ਕੀਤਾ, ਇਸ਼ਕ ਦੇ ਨਾਲ। ਵਰਲਡ ਵਿਊ ਸਿੱਖਾਂ ਦਾ ਕੀ ਹੈ? ਪਿਆਰ ਹੈ। ਜੇ ਤੋ ਪ੍ਰੇਮ ਖਿਲਣ ਕਾ ਚਾਹੋ, ਉਹ ਪ੍ਰੇਮ ਵਨਨੈਸ। ਸਿੱਖਿਜ਼ਮ ਹੋਲ ਲਾਈਫ ਰਿਲੀਜਨ ਆ, WHOLE। ਹੁਣ ਇਹਦਾ ਹੋਣਾ ਮੁਕੰਮਲ, ਕੰਪਲੀਟ, ਜਿਹਦੇ ਵਿੱਚ ਕੋਈ ਚੀਜ਼ ਰਹਿ ਨਹੀਂ ਗਈ। ਹੁਣ ਮਤਲਬ ਮੈਂ, ਵਾਹਿਗੁਰੂ ਕਰੇ ਮੈਨੂੰ ਐ ਨਾ ਮਹਿਸੂਸ ਹੋਵੇ ਵੀ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਕਰ ਰਿਹਾ। ਜਿਹੜਾ ਮੀਰੀ ਪੀਰੀ ਦਾ ਸੰਕਲਪ ਹੈ ਨਾ, ਉਹ ਗੁਰੂ ਨਾਨਕ ਦੀ ਆਈਡੀਓਲੋਜੀ 'ਚ, ਗੁਰੂ ਨਾਨਕ ਦੇ ਥਾਟ ਕੰਟੈਂਟ 'ਚ ਆ, ਗੁਰੂ ਨਾਨਕ ਦੀ ਬਾਣੀ ਦੇ ਵਿੱਚ ਹੈ, ਗੁਰੂ ਨਾਨਕ ਦੀ ਰਹਿਣੀ ਦੇ ਵਿੱਚ ਹੈ, ਗੁਰੂ ਨਾਨਕ ਦੇ ਕਹਿਣ ਦੇ ਵਿੱਚ ਹੈ, ਗੁਰੂ ਨਾਨਕ ਦੇ ਵਿਚਰਨ ਦੇ ਵਿੱਚ। ਗੁਰੂ ਹਰਗੋਬਿੰਦ ਮਹਾਰਾਜ ਨੇ ਤਾਂ ਸਿਰਫ ਲੋਕਾਂ ਨੂੰ ਸਮਝ ਨਹੀਂ ਆਈ, ਲੋਕਾਂ ਨੂੰ ਉਹ ਮੈਸੇਜ ਕਨਵੇ ਨਹੀਂ ਹੋਇਆ ਔਰ ਉਸ ਨੂੰ ਉਹਨੇ ਫਿਜ਼ੀਕਲੀ ਡੈਮੋਨਸਟ੍ਰੇਟ ਕਰਤਾ। ਗੱਲ ਤਾਂ ਗੁਰੂ ਨਾਨਕ ਦੀ ਵਿੱਚ ਹੀ ਪਈ ਹੈ, ਗੱਲ ਗੁਰੂ ਨਾਨਕ ਦੇ ਵਿੱਚ ਹੈ ਉਹ ਸਿਧਾਂਤ। ਜੇ ਹੋਲ ਲਾਈਫ ਰਿਲੀਜਨ ਹੈ ਜਿਹਦੇ 'ਚ ਸਭ ਕੁਛ ਹੈ, ਜਿਹਦੇ ਵਿੱਚ ਦੇਖੋ ਗੁਰੂ ਨਾਨਕ ਨੇ ਤਾਂ ਸ਼ਾਦੀ ਕੀਤੀ ਹੈ, ਨਿਰਗੁਣ ਵੀ ਹੈ, ਸਰਗੁਣ ਵੀ ਹੈ। ਜੇ ਨਿਰਗੁਣ ਤੇ ਸਰਗੁਣ ਹੈ ਤੇ ਬਾਕੀ ਕੀ ਰਹਿ ਗਿਆ ਭਾਈ? ਨਿਰਗੁਣ ਤੇ ਸਰਗੁਣ ਦਾ ਮਤਲਬ ਸਮਝਦੇ ਹੋ ਕਿ ਸਮਝਾਵਾਂ? ਵਿਜ਼ੀਬਲ ਐਂਡ ਨॉन ਵਿਜ਼ੀਬਲ, ਸਪਿਰਿਚੁਅਲ ਐਂਡ ਐम्पिरिकल, ਫਿਜ਼ੀਕਲ ਐਂਡ नॉन ਫਿਜ਼ੀਕਲ। ਫਿਜ਼ੀਕਲ ਆ, ਮੈਂ ਫਿਜ਼ੀਕਲੀ ਮੇਰੀ ਬਾਡੀ ਦਿਖ ਰਹੀ ਹੈ, ਮੇਰੇ ਕੱਪੜੇ ਦਿਖ ਰਹੇ, ਮੈਂ ਤੁਹਾਨੂੰ ਫਿਜ਼ੀਕਲੀ, ਲੇਕਿਨ ਅੰਦਰ ਇਸ ਬਾਡੀ ਦੇ ਵਿੱਚ ਇੱਕ ਸਪਿਰਿਟ ਹੈ, ਉਹ ਇਨਵਿਜ਼ੀਬਲ ਹੈ, ਉਹ ਦਿਖ ਨਹੀਂ ਰਹੀ, ਉਹਨੂੰ ਨਿਰਗੁਣ ਕਹਿ ਦਿੰਦੇ। ਸੋ ਸਿੱਧੇ ਤਰੀਕੇ ਨਾਲ, ਸਿੰਪਲ ਤਰੀਕੇ ਨਾਲ ਗੁਰੂ ਨਾਨਕ ਨਿਰਗੁਣ ਵੀ ਹੈ, ਸਰਗੁਣ ਵੀ ਹੈ, ਤਾਂ ਕੀ ਹੈ? ਕੰਪਲੀਟ ਆ, ਹੋਲ। ਇਸੇ ਕਰਕੇ ਮੈਨੂੰ ਲੱਗਦਾ, ਮੇਰੇ ਬੜੇ ਸਾਦੇ ਜੇ ਮਤਲਬ ਗੱਲ ਨੂੰ ਸਮਝਣ ਦੇ ਤਰੀਕੇ ਆ ਕਿ ਮਹਾਰਾਜ ਨੇ ਜਿਹੜਾ ਏਕਾ ਨਾ, ਏਕ ਓਮਕਾਰ ਤੋਂ ਆਪਾਂ ਸ਼ੁਰੂ ਕਰਦੇ ਹਾਂ, ਏਕਾ ਉਹਦਾ ਉਹ ਕਿਉਂ ਆ? ਜੇ ਆਪਾਂ ਡਿਜੀਟਲ ਸਟੱਡੀ ਕਰੀਏ ਨਾ, ਇੱਕ ਤੋਂ ਮਤਲਬ ਇਹ ਨਹੀਂ ਵੀ 1 2 3 4, ਨੋ, ਇਟਸ ਨਾਟ ਲਾਈਕ ਦੈਟ। ਇੱਕ ਤੋਂ ਮਤਲਬ ਕੰਪਲੀਟ ਵਨ ਹੋਲ। ਹੁਣ ਮੈਂ ਜੇ ਕਹਿ ਦਿਆਂ ਕੋਈ ਆ ਇੱਥੇ ਯੂਨੀਵਰਸਿਟੀ ਆ, ਫਰਜ਼ ਕਰੋ ਮੈਂ ਕਹਿ ਦਿਆਂ ਯੂਨੀਵਰਸਿਟੀ ਹੈ, ਮੈਂ ਤੁਹਾਨੂੰ ਸਮਝਾਉਣਾ ਇੱਕ ਤੋਂ ਮਤਲਬ ਕੀ ਹੈ। ਬਹੁਤ ਵੱਡੇ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਐਕਸਪਲੇਨੇਸ਼ਨ, ਜਪਜੀ ਸਾਹਿਬ ਇਹ ਜਿਹੜਾ ਏਕਾ ਹੈ ਉਹਦੀ ਐਕਸਪਲੇਨੇਸ਼ਨ ਹੈ ਓਮਕਾਰ। ਓਮਕਾਰ ਦੀ ਅੱਗੇ ਐਕਸਪਲੇਨੇਸ਼ਨ ਹੈ ਜਪਜੀ ਸਾਹਿਬ, ਜਪਜੀ ਸਾਹਿਬ ਦੀ ਅੱਗੇ ਐਕਸਪਲੇਨੇਸ਼ਨ ਹੈ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ। ਤਾਂ ਏਕਾ ਕੀ ਹੈ? ਮੈਂ ਕਹਿੰਦਾ ਯੂਨੀਵਰਸਿਟੀ। ਕੀ ਮਤਲਬ ਹੈ ਯੂਨੀਵਰਸਿਟੀ 'ਚ? ਉੱਥੇ ਵਾਈਸ ਚਾਂਸਲਰ ਵੀ ਹੋਏਗਾ, ਉੱਥੇ ਬਿਲਡਿੰਗ ਵੀ ਹੋਏਗੀ, ਉੱਥੇ ਰਜਿਸਟਰਾਰ ਆਫਿਸ ਵੀ ਹੋਏਗਾ, ਉੱਥੇ ਸਟੂਡੈਂਟਸ ਵੀ ਹੋਣਗੇ, ਉੱਥੇ ਪ੍ਰੋਫੈਸਰਸ ਵੀ ਹੋਣਗੇ, ਉੱਥੇ ਪਲੇਗਰਾਊਂਡਸ ਵੀ ਹੋਣਗੇ, ਬਹੁਤ ਕੁਛ ਹੋਏਗਾ। ਮੈਂ ਇੰਨਾ ਕੁਛ ਕਹਿਣ ਦੀ ਬਜਾਏ ਇੱਕੋ ਹੀ ਗੱਲ ਕਹਿਤੀ, ਯੂਨੀਵਰਸਿਟੀ। ਅੱਛਾ, ਜੇ ਮੈਂ ਕਹਿ ਦਿਆਂ ਵੀ ਗੁਰਦੁਆਰਾ, ਧਰਮਸ਼ਾਲਾ, ਤਾਂ ਮਤਲਬ ਕੀ ਆ? ਇਹਦੇ 'ਚ ਬਹੁਤ ਚੀਜ਼ਾਂ ਹੈਗੀਆਂ। ਕਿੰਨੀਆਂ ਚੀਜ਼ਾਂ? ਸੰਗਤ ਵੀ ਆ, ਪੰਗਤ ਵੀ ਆ, ਲੰਗਰ ਵੀ ਆ, ਬਿਲਡਿੰਗ ਵੀ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਆ, ਬਹੁਤ ਚੀਜ਼ਾਂ ਹੈਗੀਆਂ। ਕੀਰਤਨ ਦੇ ਸਾਜ਼-ਬਾਜ਼ ਵੀ ਆ। ਤਾਂ ਇੱਕ ਗੱਲ ਕਹਿਣ ਦੇ ਵਿੱਚ ਗੁਰੂ ਨੂੰ ਪਤਾ ਸੀ ਵੀ ਸਿੱਖ ਸਮਝੇਗਾ ਨਹੀਂ। ਗੱਲ ਤਾਂ ਡੀਲ ਤਾਂ ਕਰਨਾ ਸੀ ਸ਼ੂਦਰਾਂ ਨਾਲ, ਵਿਚਾਰਿਆਂ ਨਾਲ, ਜਿਨ੍ਹਾਂ ਦੇ ਕੋਲ ਬ੍ਰੇਨ ਦੀ ਘਾਟ ਸੀ, ਪੜ੍ਹਾਈ ਦੀ ਘਾਟ ਸੀ, ਸਮਝ ਦੀ ਘਾਟ ਸੀ। ਜਿਹੜੀ ਗੱਲ ਹੈ ਡਾਇਲੌਗ ਤਾਂ ਜਿਹੜਾ ਲਤੜਿਆ ਸਮਾਜ ਆ ਉਸ ਦੇ ਨਾਲ ਆ, ਉਸ ਨੂੰ ਉੱਤੇ ਚੱਕਣ ਦੀ ਗੱਲ ਹੈ। ਤਾਂ ਮਹਾਰਾਜ ਨੇ ਕਿਹਾ ਵੀ ਇੱਕ ਨਹੀਂ ਨਾ ਸਮਝੀ ਗੱਲ, ਫਿਰ ਉਹ ਓਮਕਾਰ, ਫਿਰ ਸਤਨਾਮ, ਇਸ ਤਰ੍ਹਾਂ ਚੱਲਦੀ ਹੈ ਗੱਲ। ਤੋ ਗੁਰੂ ਨਾਨਕ ਦਾ ਜਿਹੜਾ ਧਰਮ ਹੈ ਹੋਲ ਲਾਈਫ ਸਿਸਟਮ ਹੈ, WHOLE, ਵੀ ਆਪਣੇ ਆਪ 'ਚ ਸੰਪੂਰਨ 16 ਕਲਾ ਸੰਪੂਰਨ, ਕੰਪਲੀਟ, ਕੋਈ ਚੀਜ਼ ਉਸ ਤੋਂ ਬਾਹਰ ਨਹੀਂ। ਔਰ ਉਹ ਹੁਣ ਤੁਸੀਂ ਦੇਖੋ
ਗੁਰੂ ਨਾਨਕ ਦੀ ਕਮਾਲ ਆ, ਮਤਲਬ ਕਮਾਲ ਹੈ। ਕੀ ਕਮਾਲ ਹੈ? ਜਿਹੜਾ ਲੈਣਾ ਕੌਣ ਹੈ? ਲੈਣਾ ਇੱਕ ਸਧਾਰਨ ਆਦਮੀ ਹੈ। ਮੈਨੂੰ ਟਾਈਮ ਦੱਸ ਦੇਣਾ, ਮੈਂ ਤਾਂ ਐਂ ਬੋਲਦਾ ਜਾਊਂਗਾ, ਤੁਹਾਡਾ ਟਾਈਮ, ਤੁਸੀਂ ਥੱਕ ਤਾਂ ਨਹੀਂ ਗਏ ਕਿਤੇ ਜ਼ਿਆਦਾ? ਲੈਣਾ ਇੱਕ ਸਧਾਰਨ ਸਿੱਖ ਆ, ਸਮਝ ਗਏ ਮੇਰੀ ਗੱਲ? ਉਹ ਗੁਰੂ ਦੇ ਕੰਟੈਕਟ ਸੰਗਤ ਵਿੱਚ ਆ ਗਿਆ, ਗੁਰੂ ਦੇ ਪ੍ਰਭਾਵ ਵਿੱਚ ਆ ਗਿਆ, ਗੁਰੂ ਨੇ ਉਸ ਨੂੰ ਆਪਣਾ ਪ੍ਰਭਾਵ ਦੇ ਦਿੱਤਾ। ਤਾਂ ਗੁਰੂ ਦੇ ਪ੍ਰਭਾਵ ਤੋਂ ਬਾਅਦ ਉਸ ਦੇ ਵਿੱਚ ਪਰਿਵਰਤਨ ਆਇਆ। ਤਾਂ ਉਹ ਜਿਹੜੀ ਚੇਂਜ ਆ, ਪਰਿਵਰਤਨ ਹੈ, ਟਰਾਂਸਫਰਮੇਸ਼ਨ ਹੈ ਉਸ ਦੀ, ਉਸ ਨੇ ਉਸ ਨੂੰ ਕੀ ਕਰ ਦਿੱਤਾ? ਉਹ ਗੁਰੂ ਦੇ ਪੂਰੇ ਮੇਜਰਮੈਂਟ ਤੇ ਉਤਰਿਆ, ਗੁਰੂ ਨਾਨਕ ਤੇ। ਪਰ ਗੁਰੂ ਨੂੰ ਪਤਾ ਸੀ ਵੀ ਮੇਰੇ ਸਿੱਖ ਤਾਂ ਜਿਹੜੇ ਆ ਇੰਨੇ ਬੁੱਧੀ ਵਾਲੇ ਹੈ ਨਹੀਂ ਵੀ ਮੈਂ ਉਹਦਾ ਨਾਂ ਲੈਣਾ ਹੀ ਰੱਖਦਾ। ਉਹ ਭਾਈ ਉਹਦਾ ਨਾਂ ਅੰਗਦ ਕਿਉਂ ਰੱਖਿਆ? ਉਹਦਾ ਨਾਂ ਦੇਵੀ ਲਾਲ ਵੀ ਰੱਖਿਆ ਜਾ ਸਕਦਾ ਸੀ, ਉਹਦਾ ਨਾਂ ਕੋਈ ਹੋਰ ਭਚੰਗੀ ਲਾਲ ਵੀ ਰੱਖਿਆ ਜਾ ਸਕਦਾ ਸੀ, ਹੋਰ ਵੀ ਦਰਸ਼ਨ ਲਾਲ ਵੀ ਰੱਖਿਆ ਜਾ ਸਕਦਾ ਸੀ। ਕਿਉਂ ਅੰਗਦ ਨਾਂ ਚੁਣਿਆ ਗੁਰੂ ਨਾਨਕ ਨੇ? ਸਵਾਲ ਕਰੋ, ਸਵਾਲ ਜਵਾਬ ਲਓ। ਗੁਰੂ ਨਾਨਕ ਨੇ ਇਸ ਕਰਕੇ ਸਿੱਖਾਂ ਨੂੰ ਸਮਝਾਉਣ ਦੇ ਲਈ ਕੀ ਹੈ, ਇਹਦੇ ਬਹੁਤ ਵੱਡਾ ਮੈਸੇਜ ਹੈ, ਬੜਾ ਇੰਟਰਸਟਿੰਗ ਦਿਲਚਸਪ ਮੈਸੇਜ ਹੈ। ਜਿਹੜਾ ਗੁਰੂ ਦਾ ਅੰਗ ਬਣ ਗਿਆ, ਤਾਂ ਇਹੀ ਗੱਲ ਲਗਾਤਾਰ ਚੱਲੀ ਆ ਰਹੀ ਹੈ 10ਵੇਂ ਪਾਤਸ਼ਾਹ। ਮੈਨੂੰ ਇੱਕ ਵਾਰੀ ਖਾਲਸੇ ਦੇ ਉੱਤੇ ਲਿਖਣ ਲਈ ਕਿਸੇ ਨੇ, ਇਸ ਤਰ੍ਹਾਂ ਬਾਹਰ ਮੁਲਕ 'ਚ ਮੈਂ ਗਿਆ, ਉੱਥੇ ਮੈਨੂੰ ਕਹਿੰਦੇ ਖਾਲਸੇ 'ਤੇ ਪੇਪਰ ਲਿਖੋ, ਔਰ ਪੇਪਰ ਦਾ ਪਹਿਲਾਂ ਹੈਡਿੰਗ ਭੇਜੋ। ਗੋਰਿਆਂ ਨਾਲ ਬੜਾ ਔਖਾ ਹੁੰਦਾ ਡੀਲ ਕਰਨਾ, ਉਹ ਆਪਣੇ ਵਰਗੇ ਸੌਫਟ ਨਹੀਂ ਹੁੰਦੇ, ਉਹ ਅਗਲੇ ਤੋਂ ਕੰਮ ਲੈਂਦੇ ਆ ਛਿੱਲ ਲਾ ਕੇ, ਪਰ ਰਿਵਾਰਡ ਵੀ ਦੇ ਦਿੰਦੇ ਆ। ਤਾਂ ਮੈਂ ਉਸ ਨੂੰ ਲਿਖਿਆ, ਮੈਂ ਕਿਹਾ ਜੀ ਮੇਰੀ ਜਿਹੜਾ ਪੇਪਰ ਹੋਏਗਾ ਉਹਦੀ ਜਿਹੜਾ ਹੈਡਿੰਗ ਹੋਏਗਾ ਫੁਲਫਿਲਮੈਂਟ ਆਫ ਗੁਰੂ ਨਾਨਕਸ ਮਿਸ਼ਨ, ਖਾਲਸਾ ਫੁਲਫਿਲਮੈਂਟ ਆਫ ਗੁਰੂ ਨਾਨਕਸ ਮਿਸ਼ਨ। ਇਹਦੇ 'ਚ ਸਭ ਕੁਝ ਛਿਪਿਆ ਹੋਇਆ। ਇਹ ਪੇਪਰ ਹੀ ਆ ਜੀ, ਆਪਣੇ ਆਪ ਨੂੰ ਸਮਝੋ, ਬਾਕੀ ਤਾਂ ਉਹਦੀ ਐਕਸਪਲੇਨੇਸ਼ਨ ਹੈ। ਖਾਲਸਾ ਕੀ ਹੈ? ਖਾਲਸਾ ਗੁਰੂ ਨਾਨਕ ਦੇ ਮਿਸ਼ਨ ਦੀ ਪੂਰਨਤਾ ਹੈ, ਕੰਪਲੀਸ਼ਨ ਹੈ, ਫੁਲਫਿਲਮੈਂਟ ਹੈ। ਸਮਝੇ ਕਿ ਨਹੀਂ? ਉਸ ਦਾ ਕਲਾਈਮੈਕਸ ਹੈ ਹੋ ਕੇ ਉੱਥੇ ਆ ਕੇ ਗੱਲ ਆ ਖੜੀ ਹੋਈ। ਕੀ ਹੈ ਹੁਣ ਇਹਦੇ 'ਚ? ਕੀ ਹੈ ਜੋ ਗੁਰੂ ਨਾਨਕ ਨੇ ਲੈਣੇ ਨਾਲ ਕੀਤੀ, ਉਹੀ 5 ਪਿਆਰਿਆਂ ਤੇ 10ਵੇਂ ਨਾਨਕ ਨਾਲ ਹੋਈ। ਸਮਝ ਗਏ ਨਹੀਂ ਮੇਰੀ ਗੱਲ? ਹੁਣ ਮੈਂ ਦੱਸਾਂਗੇ ਤੇ ਹੋਰ ਸਮਝਾਵਾਂ। ਤਾਂ ਇੱਕ ਗੱਲ ਦੀ ਹੋਰ ਪ੍ਰੋਬਲਮ ਆ ਗਈ 240 ਸਾਲ 'ਚ। ਪ੍ਰੋਬਲਮ ਕੀ ਆਈ? ਗੁਰੂ ਨਾਨਕ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਨਿਰਗੁਣ ਤੇ ਸਰਗੁਣ ਵਿਚਰਨਾ ਇਸ ਦੁਨੀਆ ਦੇ ਵਿੱਚ। ਇਸ ਦੁਨੀਆ ਨੂੰ ਛੱਡ ਕੇ ਨਹੀਂ ਜਾਣਾ। ਇਹ ਦੁਨੀਆ ਰਿਐਲਿਟੀ ਹੈ, ਗੁਰੂ ਨਾਨਕ ਲਈ ਰੀਅਲ ਹੈ, ਤਾਂ ਇਸ ਨੂੰ ਛੱਡ ਕੇ ਨਹੀਂ ਜਾਣਾ। ਪਰ ਕੀ ਹੈ, ਇੱਕ ਆਦਮੀ ਦੀ ਫਿਤਰਤ ਹੈ ਕਿ ਉਹ ਜ਼ਿੰਦਗੀ ਦੀ ਸਟਰਗਲ ਤੋਂ ਦੂਰ ਜਾਂਦਾ, ਭੱਜਦਾ। ਲੈ ਵੀ ਮੈਂ ਹੋ ਗਿਆ ਹੁਣ ਬੜਾ 70-72 ਦਾ, ਤੇ ਮੈਂ ਕੁਛ ਨਹੀਂ ਕੰਮ ਕਰਨਾ, ਤੇ ਮੈਨੂੰ ਨਾ ਤੁਸੀਂ ਕੁਛ ਕਹੋ, ਮੈਨੂੰ ਕੁਛ ਨਾ ਪੁੱਛੋ। ਮਤਲਬ ਸਨੇਲਸ ਲਾਈਫ, ਜੈਸੇ ਕੀੜੇ ਮਕੌੜੇ ਜਿਹਦੇ ਵੈਜੀਟੇਟਿਵ ਐਗਜ਼ਿਸਟੈਂਸ। ਇਹ ਨਹੀਂ ਹੈ। ਗੁਰੂ ਨਾਨਕ ਨੇ ਕਿਹਾ ਵੀ ਤੁਸੀਂ ਇਸ ਦੁਨੀਆ ਦੇ ਵਿੱਚ ਰਹਿ ਕੇ ਦੁਨੀਆ ਦੇ ਈਵਲਸ ਦੇ ਖਿਲਾਫ, ਈਵਲ ਤਾਂ ਇੱਥੇ ਆ, ਉੱਥੇ ਥੋੜ੍ਹਾ ਪਹਾੜਾਂ 'ਚ ਜੰਗਲਾਂ 'ਚ ਥੋੜ੍ਹਾ ਈਵਲ ਆ। ਇਸ ਦੁਨੀਆ ਦੇ ਵਿੱਚ ਰਹਿ ਕੇ ਇਸ ਦੁਨੀਆ ਦੇ ਈਵਲ ਦੇ ਖਿਲਾਫ ਜੱਦੋ ਜਹਿਦ ਕਰਨੀ ਆ। ਔਰ ਜਿਹੜਾ ਵਿਚਾਰਾ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ, ਜਿਹੜਾ ਲਤਾੜਿਆ ਪਿਛੜਿਆ, ਜਿਹਨੂੰ ਦੁੱਖ ਤਕਲੀਫ ਆ, ਉਹਦਾ ਦੁੱਖ ਤਕਲੀਫ ਤੁਸੀਂ ਦੂਰ ਕਰਨਾ। ਇਹੀ ਹੈ ਨਾ ਜੀ। ਜੇ ਤੁਸੀਂ ਜੇ ਸੁਚਾਰਾ ਜੰਗਲਾਂ 'ਚ ਚਲਿਆ ਗਿਆ, ਪਹਾੜਾਂ 'ਤੇ ਚਲਿਆ ਗਿਆ, ਤਾਂ ਉਹ ਜਿਹੜਾ ਦੁਖੀ ਆ ਉਹਦਾ ਦੁੱਖ ਦੂਰ ਕੌਣ ਕਰੂ? ਗੁਰੂ ਨਾਨਕ। ਪਰ ਇੱਕ ਸਮੱਸਿਆ ਹੈ ਜਿਹੜੀ ਬੜੀ ਗੰਭੀਰ ਆ ਕਿ ਆਦਮੀ ਦੀ ਇੱਕ ਫਿਤਰਤ ਹੈ, ਇੱਕ ਤਾਂ ਸੈਲਫਿਸ਼ ਆਦਮੀ ਬੇਸਿਕਲੀ। ਪਰਮਾਤਮਾ ਨੇ ਐਸੀ ਉਹਦੀ ਨੇਚਰ ਬਣਾਈ ਹੈ। ਸੈਲਫਿਸ਼ ਨਾ ਹੋਵੇ ਤਾਂ ਪਰਿਵਾਰ ਨਹੀਂ ਚੱਲਦੇ, ਸਮਾਜ ਨਹੀਂ ਚੱਲਦੇ। ਤਾਂ ਸੈਲਫਿਸ਼ ਉਹ ਇਸ ਹੱਦ ਤੱਕ ਹੈ, ਉਹ ਕਹਿੰਦਾ ਵੀ ਮੇਰੀ ਸਾਲਵੇਸ਼ਨ ਹੋ ਜੇ, ਮੇਰਾ ਕਲਿਆਣ ਹੋ ਜੇ, ਮੈਂ ਗੁਰੂ ਨਾਨਕ ਦੇ ਚਰਨਾਂ 'ਚ ਪਹੁੰਚ ਕੇ ਬਹਿਸ਼ਤ 'ਚ ਚਲਿਆ ਜਾਵਾਂ, ਬਾਕੀ ਪਿੱਛੇ ਰਹਿ ਜਾ। ਐ ਨਹੀਂ ਹੋਣੀ ਗੱਲ। ਗੁਰੂ ਨਾਨਕ ਕਹਿੰਦਾ ਜੇ ਤੂੰ ਮੇਰੇ ਮਾਰਗ ਤੇ ਚੱਲਣਾ ਨਾ, ਵਿਚ ਇਜ਼ ਵੈਰੀ ਡਿਫੀਕਲਟ ਐਂਡ ਟਫ, ਖੰਡੇ ਦੀ ਧਾਰ ਤੇ ਚੱਲਣ ਵਾਲੀ ਗੱਲ ਆ ਸਿੱਖੀ, ਤਾਂ ਤੈਨੂੰ ਯੂਨੀਵਰਸਲ ਸਾਲਵੇਸ਼ਨ ਦੀ ਗੱਲ ਕਰਨੀ ਪਏਗੀ। ਪਰਸਨਲ ਸਾਲਵੇਸ਼ਨ ਤਾਂ ਹਿੰਦੂਆਂ ਵਿੱਚ ਆ। ਤਾਂ ਕੀ ਹੈ ਖਾਲਸਾ? ਕੀ ਹੈ?
ਉਹ ਛੱਡ ਕੇ ਜਾਂਦਾ ਦੁਨੀਆ ਦੇ ਮਾਰਗ ਨੂੰ, ਤਾਂ ਗੁਰੂ 10ਵੇਂ ਪਾਤਸ਼ਾਹ 10ਵੇਂ ਨਾਨਕ ਨੇ ਕਿਹਾ ਇਹ ਰੋਕਣਾ ਬਈ ਪੱਕੇ ਤਰੀਕੇ ਨਾਲ, ਇਹ ਠੱਲ ਪਾਉਣੀ ਹੈ ਇਸ ਗੱਲ ਨੂੰ, ਕਿਉਂਕਿ ਦੁਨੀਆ ਦੀ ਇੱਕ ਇਨਸਾਨ ਦੀ ਫਿਤਰਤ ਵਿੱਚ ਹੈ, ਨੇਚਰ ਕੁਦਰਤ ਨੇ ਬਣਾਈ ਵੀ ਹੈ, ਪਰਮਾਤਮਾ ਨੇ ਬਣਾਈ ਵੀ ਹੈ। ਤਾਂ ਉਹ ਕਹਿੰਦਾ ਵੀ ਇਸ ਨੂੰ ਲਓ ਇੱਕ ਗੱਲ ਦੱਸਣ ਲੱਗਿਆ ਜਿਹੜੀ ਤੁਹਾਨੂੰ ਨਹੀਂ ਪਤਾ, ਸ਼ਰਤੀਆ ਨਹੀਂ ਤੁਹਾਨੂੰ ਪਤਾ, ਕਿਉਂਕਿ ਮੈਂ ਦਿਨ ਰਾਤ ਇਹੀ ਸੋਚਦਾ ਰਹਿਣਾ, ਮੈਂ ਰਹਿਣਾ ਇਸੇ ਗੱਲ 'ਚ, ਮੇਰਾ ਜੀਵਨ ਹੀ ਇਹੀ ਕਿ ਕਿਰਪਾਨ ਦਾ ਇੱਕ ਇਨਸਿਗਨੀਆ ਦਿੱਤਾ, ਸਿੰਬਲ ਨਹੀਂ ਹੈ, ਇਨਸਿਗਨੀਆ। ਤੁਹਾਡੇ ਗਲ 'ਚ ਕਿਰਪਾਨ ਪਾਤੀ, ਉਹਦਾ ਕੀ ਮਤਲਬ? ਕਿਰਪਾਨ ਦਾ ਮਤਲਬ ਆ ਤੁਸੀਂ ਭਗਵੇਂ ਕੱਪੜੇ ਨਹੀਂ ਪਾਓਗੇ, ਕਲਮੰਡਲ ਨਹੀਂ ਫੜੋਗੇ, ਦਰ ਦੀਆਂ ਰੋਟੀਆਂ ਨਹੀਂ ਮੰਗੋਗੇ, ਜੰਗਲਾਂ 'ਚ ਨਹੀਂ ਜਾਓਗੇ, ਮਠਾਂ 'ਤੇ ਨਹੀਂ ਜਾਓਗੇ, ਪਹਾੜਾਂ 'ਤੇ ਨਹੀਂ ਜਾਓਗੇ। ਕਿਰਪਾਨ ਪਾ ਕੇ ਤੁਸੀਂ ਇੱਕ ਤੁਹਾਡੀ ਕਮਿਟਮੈਂਟ ਹੈ ਗੁਰੂ ਦੇ ਨਾਲ। ਅੰਮ੍ਰਿਤ ਕੀ ਹੈ? ਕਮਿਟਮੈਂਟ ਹੈ। ਮੈਂ ਸ਼ਬਦ ਦੇ ਰਿਹਾ ਗੁਰੂ ਨੂੰ, ਗੁਰੂ ਮੈਨੂੰ ਸ਼ਬਦ ਦੇ ਰਿਹਾ, ਵਨਨੈਸ ਹੋ ਗਈ ਦੋਨਾਂ ਦੀ, ਖਾਲਸਾ ਗੁਰੂ ਪੰਥ ਇੱਕ ਹੋ ਗਿਆ, ਲੈਣਾ ਅੰਗਦ ਬਣ ਗਿਆ, ਗੁਰੂ ਬਣ ਗਿਆ। ਜਿਹੜਾ ਸਧਾਰਨ ਸਿੱਖ ਹੈ ਇੱਕੋ ਇੱਕ ਵਾਹਦ ਸਿੱਖ ਧਰਮ ਆ, ਜਿਸ ਦੇ ਵਿੱਚ ਕਿ ਆਮ ਸਧਾਰਨ ਡਿਸਾਈਪਲ ਦੇ ਕੋਲ ਪੋਟੈਂਸ਼ੀਅਲ ਆ ਪ੍ਰੋਫਿਟ ਬਣਨ ਦਾ, ਦੂਜੇ ਕਿਸੇ ਧਰਮ 'ਚ ਨਹੀਂ। ਕਿਸੇ ਧਰਮ ਦੇ ਵਿੱਚ ਬਰਾਬਰਤਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, 10 ਗਜ਼ ਪਿੱਛੇ ਬੈਠਣਾ ਪਏਗਾ ਜਿਹੜਾ ਡਿਸਾਈਪਲ ਹੈ। ਗੁਰੂ ਨੇ ਸਿੱਖ ਨੂੰ ਇੰਨੀ ਸਮਰੱਥਾ ਦਿੱਤੀ ਹੈ, ਪੋਟੈਂਸ਼ੀਅਲ ਦਿੱਤਾ ਹੈ ਕਿ ਉਹ ਗੁਰੂ ਬਣ ਸਕਦਾ, ਗੁਰੂ ਰੱਬ ਬਣ ਸਕਦਾ। ਇਹੀ ਗੱਲ 10ਵੇਂ ਪਾਤਸ਼ਾਹ ਨੇ ਕੀਤੀ ਹੈ। ਜਿਹੜਾ ਖਾਲਸਾ ਹੈ ਉਹ ਕੀ ਬਣ ਸਕਦਾ? ਖਾਲਸਾ ਗੁਰੂ ਹੈ, ਗੁਰੂ ਰੱਬ ਹੈ। ਕਿਹੜਾ ਰੱਬ? ਕਿਤੇ ਨਹੀਂ ਜਾਣਾ, ਰੱਬ ਇੱਥੇ ਹੀ ਪਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਰੱਬ ਆ ਤੁਹਾਡਾ। ਹੁਣ ਗੱਲ ਹੈ, ਮੈਂ ਇੱਕ ਗੱਲ ਦੱਸਣੀ ਭੁੱਲ ਗਿਆ। ਰਤਨ ਸਿੰਘ ਭੰਗੂ ਸਿੱਖਾਂ ਦਾ ਇੱਕ ਬਹੁਤ ਮਸ਼ਹੂਰ ਇਤਿਹਾਸਕਾਰ ਆ, ਤੁਸੀਂ ਨਾਂ ਤਾਂ ਬਹੁਤ ਵਾਰੀ ਸੁਣਿਆ ਹੋਣਾ। ਉਸ ਨੇ ਇੱਕ ਬਹੁਤ ਖੂਬਸੂਰਤ ਗੱਲ ਲਿਖੀ। ਉਹੀ ਗੱਲ ਜਰਨੈਲ ਸਿੰਘ ਤੇ ਆ ਜਾਂਦੀ ਆ, ਬਲੂ ਸਟਾਰ ਤੇ ਆ ਜਾਂਦੀ ਹੈ, ਦਰਬਾਰ ਸਾਹਿਬ ਦੇ ਵਿੱਚ ਆ ਜਾਂਦੀ ਆ। ਉਸ ਨੇ ਇੱਕ ਗੱਲ ਲਿਖੀ ਹੈ, ਕਿਉਂਕਿ ਉਸ ਨੇ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਜਿਹੜਾ ਲਿਖਿਆ, ਆਪਣੀ ਕਿਤਾਬ ਲਿਖੀ, ਉਸ ਦੇ ਵਿੱਚ ਉਸ ਨੇ ਜਿਹੜੇ ਦੂਜੇ ਘੱਲੂਕਾਰੇ ਉਹਨਾਂ ਨੂੰ ਨੇੜਿਓਂ ਦੇਖਿਆ। ਦਰਬਾਰ ਸਾਹਿਬ ਦੀ ਜਿਹੜੇ ਜਿਸ 'ਤੇ ਉਹ ਹੱਲਾ ਹੋਇਆ ਉਹ ਵੀ ਉਹਨਾਂ ਨੇ ਦੇਖਿਆ। ਬੜਾ ਸਿਆਣਾ, ਬੜਾ ਸਮਝਦਾਰ, ਸੂਝਵਾਨ ਇਤਿਹਾਸਕਾਰ ਹੈ ਸਿੱਖਾਂ ਦਾ। ਉਹ ਕਹਿੰਦਾ ਸਿੱਖ ਦੇ ਸੰਦਰਭ ਦੇ ਵਿੱਚ, ਮੈਂ ਉਹਦੀ ਵਰਡਿੰਗ ਨਹੀਂ, ਮੈਂ ਇੰਗਲਿਸ਼ 'ਚ ਉਹਦੀ ਟਰਾਂਸਲੇਸ਼ਨ ਕਰ ਸਕਦਾ, ਲੇਕਿਨ ਮੈਂ ਤੁਹਾਨੂੰ ਮਤਲਬ ਸਮਝਾ ਦਿਆਂ। ਸਿੱਖ ਦੇ ਤਸੱਵਰ ਦੇ ਵਿੱਚ ਜੇ ਮੌਤ ਦਰਬਾਰ ਸਾਹਿਬ ਦੇ ਵਿੱਚ ਲੜਦੇ ਆ ਜੇ, ਇਹੋ ਜਿਹੀ ਗੱਲ ਹੀ ਬੈਸਟ ਮੌਤ, ਸਭ ਤੋਂ ਅੱਛੀ ਮੌਤ, ਸਭ ਤੋਂ ਸਵਾਦ ਵਾਲੀ ਮੌਤ, ਸਭ ਤੋਂ ਆਨੰਦਮਈ ਮੌਤ, ਜਿਸ ਦੇ ਵਿੱਚ ਮਿਲਨ ਹੋਏਗਾ ਗੁਰੂ ਦੇ ਨਾਲ, ਗੁਰੂ ਪੁੱਛੇਗਾ ਕਿੱਥੋਂ ਆਇਆ, ਉਹ ਮੌਤ ਹੈ। ਮੈਂ ਨਹੀਂ ਕਹਿ ਰਿਹਾ, ਰਤਨ ਸਿੰਘ ਭੰਗੂ ਕਹਿ ਰਿਹਾ, ਜਿਸ ਨੇ ਉਸ ਵੇਲੇ ਦੇ ਘੱਲੂਕਾਰੇ, ਉਸ ਵੇਲੇ ਦੇ ਅਤਿਆਚਾਰ ਨੂੰ ਬਹੁਤ ਨੇੜਿਓਂ ਦੇਖਿਆ, ਕਿਉਂਕਿ ਆਬਾਦੀ ਥੋੜੀ ਸੀ ਉਸ ਵੇਲੇ। ਤਾਂ ਉਹ ਕਹਿ ਰਿਹਾ ਵੀ ਸਿੱਖ ਦਾ ਤਸੱਵਰ ਜਿਹੜਾ ਹੈ ਉਹ ਇਹ ਸਮਝਦਾ ਵੀ ਜੇ ਮੇਰੀ ਦਰਬਾਰ ਸਾਹਿਬ ਦੇ ਵਿੱਚ ਲੜਦੇ ਹੋਏ ਮੌਤ ਹੋ ਜਾਵੇ, ਮੇਰਾ ਮਿਲਨ, ਚਾਹੇ ਮੈਂ ਨਾਮ ਜਪਿਆ ਜਾਂ ਨਹੀਂ ਜਪਿਆ, ਮੇਰਾ ਗੁਰੂ ਦੇ ਨਾਲ ਮਿਲਨ ਹੋ ਜੂ। ਮਿਲਨ ਗੁਰੂ ਦੇ ਨਾਲ ਕੀ ਹੈ? ਮਿਲਨ ਉੱਥੇ ਨਹੀਂ ਕਦਮ ਵੀ ਜੱਪੀ ਪੈ ਜਾਊਗੀ ਕੋਈ, ਤੂੰ ਗੁਰੂ ਬਣ ਜਾਏਗਾ, ਤੂੰ ਐਡਾ ਪਦਵੀ ਤੇ ਪਹੁੰਚ ਜਾਏਗਾ ਜਿੱਥੇ ਮੌਤ ਤੇ ਡਰ ਤੇ ਜਨਮ ਜਿਹੜਾ ਹੈ ਉਹ ਇੱਕੋ ਹੀ ਹੋ ਜੂ। ਔਰ ਉਹ ਇੱਕ ਅਵਸਥਾ ਹੈ ਜਿਹੜੀ ਸਿੱਖਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸੰਕਲਪ ਨਹੀਂ ਵੀ ਕੋਈ ਉੱਥੇ ਹੈਲ ਆ ਜਾਂ ਹੈਵਨ ਆ, ਐਸੀ ਕੋਈ ਚੀਜ਼ ਨਹੀਂ। ਸਟੇਟ ਆਫ ਮਾਈਂਡ, ਸੱਚਖੰਡ ਵਸੇ ਨਿਰੰਕਾਰ। ਸੱਚਖੰਡ ਕੀ ਚੀਜ਼ ਹੈ? ਸਟੇਟ ਆਫ ਮਾਈਂਡ ਹੈ, ਜਿਹਦੇ ਵਿੱਚ ਦੁੱਖ ਨਹੀਂ ਲੱਗਦਾ, ਸੁੱਖ 'ਚ ਬਹੁਤੀ ਐਕਸਾਈਟਮੈਂਟ ਨਹੀਂ ਹੁੰਦੀ, ਭੰਗੜੇ ਨਹੀਂ ਪੈਂਦੇ। ਇੱਕ ਸਟੇਟ ਆਫ ਮਾਈਂਡ ਹੈ ਵੀ ਜੇ ਦੁੱਖ ਦਿੱਤਾ ਵਾਹਿਗੁਰੂ ਤੇਰੀ ਦੇਣ, ਜੇ ਸੁੱਖ ਦਿੱਤਾ ਤਾਂ ਵੀ ਤੇਰੀ ਦੇਣ, ਜੇ ਪੁੱਤ ਦਿੱਤਾ ਤਾਂ ਵੀ ਤੇਰਾ ਹੀ ਦਿੱਤਾ ਵਿਆ, ਜੇ ਧੀ ਦਿੱਤੀ ਤਾਂ ਵੀ ਤੇਰੀ ਹੈ। ਚੀਕਾਂ ਨਹੀਂ ਮਾਰਨੀਆਂ ਜੇ ਧੀਆਂ ਹੋ ਗਈਆਂ 3-4, ਜਿਵੇਂ ਸਿੱਖ ਵੀ ਤੜਫਦੇ ਆ, ਜਾਦੂ ਮੰਤਰ ਦਿਸ ਐਂਡ ਦੈਟ। ਉਹੀ ਫਿਰ ਬ੍ਰਾਹਮਣ ਦਾ ਜਿਹੜਾ ਸਿਸਟਮ ਆ ਉਹਦੇ ਜੰਜਾਲ 'ਚ ਫਸਦੇ ਜਾ ਕੇ।
ਖਾਮ ਖਾ ਫਸਦੇ। ਐਸਾ ਘਟਨਾਕ੍ਰਮ ਹੈ ਬ੍ਰਾਹਮਣ ਦਾ, ਸਮਝੇ ਕਿ ਨਹੀਂ, ਵਾਇਰਸ ਆ ਉਸ ਦੇ ਵਿੱਚ ਆ ਕੇ ਫਸ। ਕਈ ਤਾਂ ਵਾਇਰਸ ਉੱਪਰੋਂ ਲੱਗ ਗਿਆ, ਤੁਹਾਡੀ ਬੇਵਸੀ ਆ, ਕਈ ਵਾਰੀ ਤੁਸੀਂ ਵਾਇਰਸ ਦੇ ਕੋਲ ਚਲੇ ਜਾਂਦੇ। ਤੋ ਉਸ ਕੰਟੈਕਸਟ ਦੇ ਵਿੱਚ ਜਿਹੜਾ ਸਿੱਖ ਹੈ ਉਸ ਦਾ ਬਹੁਤ ਬੜਾ ਇੱਕ, ਜੇ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਜਿਹੜੇ ਦੁਸ਼ਮਣ ਆ ਉਹਨਾਂ ਦੇ ਹੱਲੇ ਵਿੱਚ ਲੜਦੇ ਹੋਏ ਮੌਤ ਹੋ ਜੇ, ਕਿਆ ਬਾਤ ਹੈ। ਮੌਤ ਤਾਂ ਹੋਣੀ ਹੈ, ਇਹ ਤਾਂ ਇਨਐਵਿਟੇਬਿਲਿਟੀ ਹੈ, ਹੋਰ 2 ਸਾਲਾਂ ਨੂੰ 4 ਸਾਲਾਂ ਨੂੰ ਆਜੂ। ਪਰ ਤੜਫ ਤੜਫ ਕੇ ਡਰ ਡਰ ਕੇ ਮੌਤ ਜਿਹੜੀ ਆ ਇੰਦਰਾ ਗਾਂਧੀ ਵਾਲੀ ਨਾਲੋਂ ਹੱਸਦੇ ਹੱਸਦੇ ਜਿਹੜਾ ਜੋ ਮਾਰਟੀਰਡਮ ਦਾ ਜਿਹੜਾ ਚੁੰਮ ਲੈਣੀ ਉਸ ਨੂੰ, ਉਹ ਜਿਹੜੀ ਹੈ ਉਹ ਸਿੱਖ ਨੂੰ ਕਬੂਲ ਹੈ। ਔਰ ਜੇ ਦਰਬਾਰ ਸਾਹਿਬ 'ਚ ਆ ਜਾਏ ਤਾਂ ਉਹਦੇ ਵਰਗੀ ਤਾਂ ਕੋਈ ਗੱਲ ਹੀ ਨਹੀਂ, ਉਹ ਤਾਂ ਫਿਰ ਬੈਕਗਰਾਊਂਡ 'ਚ ਚਲੇ ਗਏ। ਹੁਣ ਗੱਲ ਹੈ, ਕਿੰਨੇ ਕੁ ਮਿੰਟ ਰਹਿ ਗਏ ਪਹਿਲਾਂ ਦੱਸੋ? ਹੈ ਇਸ਼ਾਰਾ ਕਰ ਦੋਗੇ? ਐਂ ਤਾਂ ਤੁਸੀਂ ਕਰਨਾ ਹੀ ਨਹੀਂ। ਤੋ ਗੱਲ ਇਹ ਆ, ਮੈਂ ਤਾਂ ਬੋਲਦਾ ਰਹੂੰਗਾ। ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਹੈ, ਬਹੁਤ ਮੈਂ ਜਾਣੀ ਮੇਰਾ ਦਿਲੋਂ ਮੈਂ ਗੱਲ ਕਹਿਣਾ, ਪੜ੍ਹਿਆ ਜ਼ਰੂਰ ਕਰੋ, ਜੇ ਹੋ ਸਕੇ ਲਿਖਿਆ ਵੀ ਕਰੋ। ਹਰ ਘਰ, ਸਿੱਖ ਘਰ ਦੇ 'ਚ ਜਿਸ ਦਿਨ ਲਾਇਬ੍ਰੇਰੀ ਆ ਜਾਏਗੀ ਨਾ, ਮਾਫ਼ ਕਰਨਾ, ਤੁਸੀਂ ਖਾਲਿਸਤਾਨ ਬਣਾ ਲਓਗੇ। ਜੇ ਲਾਇਬ੍ਰੇਰੀ ਨਾ ਆਈ ਤੁਹਾਡੇ ਘਰ 'ਚ, ਬਾਵਜੂਦ ਡਾਲਰ ਕਮਾਉਣ ਦੇ, ਬਾਵਜੂਦ ਟਰੱਕਾਂ ਦੀਆਂ ਕੰਪਨੀਆਂ ਚਲਾਉਣ ਦੇ, ਬਾਵਜੂਦ ਹੋਰ ਪੈਟਰੋਲ ਪੰਪ ਚਲਾਉਣ ਦੇ, ਕੁਛ ਨਹੀਂ ਬਣਨਾ, ਮਾਫ਼ ਕਰ। ਇੱਕ ਸੈਮੂਅਲ ਹੰਟਿੰਗਟਨ, ਹਾਰਵਰਡ ਯੂਨੀਵਰਸਿਟੀ, ਹੁਣੇ ਮੌਤ ਹੋਈ ਹੈ, ਉਹਨੇ ਇੱਕ ਬਹੁਤ ਹੀ ਕਮਾਲ ਦੀ ਕਿਤਾਬ ਲਿਖੀ, ਕਲੈਸ਼ ਆਫ ਸਿਵਲਾਈਜੇਸ਼ਨਸ। ਉਹਦਾ ਕਿਤਾਬ ਦਾ ਹੈਡਿੰਗ ਹੈ ਕਲੈਸ਼ ਆਫ। ਇਹ ਕਿਤਾਬਾਂ ਤੁਸੀਂ ਇੰਟਰਨੈਟ 'ਤੇ ਕੱਢ ਸਕਦੇ ਹੋ, ਈਜ਼ੀਲੀ ਅਵੇਲੇਬਲ ਹੈ। ਉਸ ਨੇ, ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਡਰਾ ਰਿਹਾ, ਤੁਹਾਨੂੰ ਭੈਭੀਤ ਕਰ ਰਿਹਾ। ਉਹ ਕੀ ਹੈ? ਇਹ ਜਿਹੜੀ ਦੁਨੀਆ ਨਾ, ਇਸ ਮਾਡਰਨ ਵਰਲਡ, ਇਟਸ ਏ ਵਰਲਡ ਆਫ ਇੰਟਲੈਕਟ, ਇਟਸ ਏ ਵਰਲਡ ਆਫ ਆਈਡੀਆਜ਼। ਇਹ ਦਿਮਾਗ ਦੀ ਲੜਾਈ ਹੈ ਇਹ। ਤਾਂ ਉਹ ਕੀ ਆ, ਉਸ ਨੇ ਕਲੈਸ਼ ਆਫ ਸਿਵਲਾਈਜੇਸ਼ਨ ਜਿਹੜੀ ਕਿਤਾਬ ਲਿਖੀ, ਉਹ ਸਾਰੀ ਦੁਨੀਆ 'ਚ ਹਲਚਲ ਮਚ ਗਈ ਉਸ ਦੀ ਕਿਤਾਬ ਦੀ। ਉਹ ਕੀ ਕਹਿੰਦਾ? ਉਹ ਕਹਿੰਦਾ ਦੁਨੀਆ ਦੇ ਵਿੱਚ 7 ਸਿਵਲਾਈਜੇਸ਼ਨ ਸੀਗੀਆਂ, ਔਰ 7 ਪਿਛਲੀ ਸਦੀ ਦੇ ਵਿੱਚ ਉਹ 7 ਸੁੰਗੜ ਕੇ 5 ਰਹਿ ਗਈਆਂ। 3200 ਜ਼ਬਾਨਾਂ ਬੋਲਦੇ ਲੋਕ ਦੁਨੀਆ ਦੇ ਵਿੱਚ, ਔਰ ਕੁਝ ਜ਼ਬਾਨਾਂ ਐਸੀਆਂ ਜਿਹੜੀਆਂ ਸਿਮਟ ਕੇ ਆਪਣੇ ਇੱਕ ਘਰ ਦੇ ਵਿੱਚ ਹੀ ਰਹਿ ਗਈ, ਜਾਂ ਆਪਣੇ ਮੁਹੱਲੇ 'ਚ ਰਹਿ ਗਈਆਂ, ਜਾਂ ਆਪਣੀ ਕਮਿਊਨਿਟੀ 'ਚ ਕਿਸੇ ਪਿੰਡ 'ਚ ਰਹਿ ਗਈਆਂ। ਤੋ ਦਿਨ ਬ ਦਿਨ, ਹਫਤਾ ਬਾਈ ਹਫਤਾ, ਸਾਲ ਬਾਈ ਸਾਲ ਜ਼ਬਾਨਾਂ ਘਟਦੀਆਂ ਜਾ ਰਹੀਆਂ, ਕਿਉਂਕਿ ਜਿਹੜਾ ਪ੍ਰਬਲ ਸਟਰੋਂਗ ਜਿਹੜੀ ਸਿਵਲਾਈਜੇਸ਼ਨ ਹੈ, ਜਿਹੜੀ ਸਟਰੋਂਗ ਜ਼ਬਾਨ ਹੈ, ਜਿਹੜਾ ਸਟਰੋਂਗ ਇੰਟਲੈਕਟ ਹੈ, ਆਦਮੀ ਦੀ ਇੱਕ ਫਿਤਰਤ ਹੈ ਡੋਮੀਨੇਟ ਕਰਨ ਦੀ, ਉਹ ਦੂਜਿਆਂ ਨੂੰ ਹੜੱਪ ਕਰਦਾ ਆ ਰਿਹਾ, ਸਵਾਲੋ ਕਰਦਾ ਆ ਰਿਹਾ। ਜਿਸ ਤਰ੍ਹਾਂ ਹੁਣ ਬ੍ਰਾਹਮਣ ਬਹੁਤ ਉਤਾਵਲਾ ਕਿ ਕਿਸੇ ਤਰੀਕੇ ਦੇ ਨਾਲ ਸਿੱਖੀਜ਼ਮ ਨੂੰ ਮੈਂ ਨਿਗਲ ਜਾਵਾਂ, ਸਿੱਖੀਜ਼ਮ ਨੂੰ ਹੜੱਪ ਕਰ ਜਾਵਾਂ। ਤੋ ਇਸੇ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਹੋੜ ਲੱਗੀ ਹੋਈ ਹੈ। ਇੱਕ ਹੋਰ ਬਹੁਤ ਬੜਾ ਰਾਈਟਰ ਆ, ਉਹ ਵੀ ਹਾਰਵਰਡ 'ਚ ਹੁਣ ਜਿਉਂਦਾ, ਵਾਈਟਫੀਲਡ ਉਸ ਦਾ ਨਾਮ ਹੈ। ਉਸ ਨੇ ਇੱਕ ਗੱਲ ਕਹੀ ਬੜੀ ਇੰਪੋਰਟੈਂਟ। ਉਸ ਨੇ ਇਹ ਗੱਲ ਕਹੀ ਕਿ ਭਾਈ, ਦਿਸ ਹਾਰਵਰਡ ਵਿਲ ਫੈਸ਼ਨ ਦੀ ਵਰਲਡ ਪੋਲੀਟਿਕਸ। ਬਹੁਤ ਸ਼ਾਨਦਾਰ ਲਫ਼ਜ਼, ਵੀ ਦੁਨੀਆ ਦਾ ਜਿਹੜਾ ਬਿਹੇਵੀਅਰ ਆ ਉਹ ਹਾਰਵਰਡ ਨੇ ਫੈਸਲਾ ਕਰਨਾ, ਦੂਸਰਾ ਸਾਡੇ ਸਾਹਮਣੇ ਨਹੀਂ ਫੈਸਲਾ ਕੋਈ ਹੋ ਸਕਦਾ, ਦੂਸਰਾ ਸਾਡੇ ਸਾਹਮਣੇ ਕੋਈ ਦੂਸਰੀ ਔਕਾਤ ਨਹੀਂ। ਤੋ ਸਿੱਖਾਂ ਨੂੰ ਇੱਕ ਬਹੁਤ ਵੱਡਾ, 10 ਮਿੰਟ ਹੋਰ, ਬਸ 10 ਮਿੰਟ 'ਚ ਹੀ ਖਤਮ ਕਰ ਦੇ। ਸਿੱਖਾਂ ਨੂੰ ਇੱਕ ਬਹੁਤ ਬੜਾ ਖਤਰਾ ਮੰਡਲਾ ਰਿਹਾ, ਬ੍ਰਾਹਮਣ ਤੋਂ ਵੀ ਆ। ਬ੍ਰਾਹਮਣ ਕੋਲ ਇੱਕ ਗੱਲ ਦੀ ਬਹੁਤ ਵਾਧੂ ਗੱਲ ਹੈ, ਉਹਦੇ ਕੋਲ ਕਲਮ ਹੈ, ਉਹਦੇ ਕੋਲ ਦਿਮਾਗ ਆ, ਉਹ ਲਿਖ ਸਕਦਾ, ਉਹ ਪੜ੍ਹਦਾ, ਉਹ ਬੋਲਦਾ ਬਹੁਤ ਅੱਛਾ। ਤੋ ਇਸੇ ਤਰੀਕੇ ਦੇ ਨਾਲ ਜਿਹੜਾ ਕ੍ਰਿਸਚਨ ਹੈ ਨਾ, ਉਹ ਥਿੰਕਰ ਵੀ ਮਤਲਬ ਇਹੀ ਅਵਸਥਾ 'ਚ ਆ ਵੀ ਕਿਸੇ ਤਰੀਕੇ ਦੇ ਨਾਲ ਸਿੱਖੀਜ਼ਮ ਨੂੰ ਢਾਹ ਲਾ ਦਿਓ, ਸਿੱਖੀਜ਼ਮ ਨੂੰ ਖਾ ਲਈਏ। ਪਿੱਛੇ ਜੇ ਵਾਸ਼ਿੰਗਟਨ DC 'ਚ 2 ਕਾਨਫਰੰਸਿਸ ਹੋਈਆਂ, ਮੈਂ ਤੁਹਾਨੂੰ ਦੱਸਦਾ। ਉਹਨਾਂ 2 ਕਾਨਫਰੰਸਿਸ ਦੇ ਹਿੰਦੂ ਥਿੰਕਰਸ ਵੀ ਆਏ ਔਰ ਕ੍ਰਿਸਚਨ ਥਿੰਕਰਸ ਵੀ ਆਏ। ਸਵਾਲ ਹੋਇਆ ਕਿ ਕ੍ਰਿਸਚਨ ਥਿੰਕਰਸ ਨੂੰ ਕਿਹਾ ਵੀ ਤੁਹਾਡਾ ਐਨਮੀ ਨੰਬਰ 1 ਕੌਣ ਹੈ?
ਤਾਂ ਉਹ ਕਹਿਣ ਲੱਗੇ ਵੀ ਸਾਡਾ ਐਨੀਮੀ ਨੰਬਰ 1 ਇਸਲਾਮ ਆ। ਦੂਸਰੇ ਪਾਸੇ ਹਿੰਦੂਆਂ ਨੂੰ ਸਵਾਲ ਕੀਤਾ, ਸਿੱਖ ਨਹੀਂ ਸੀ ਉਹਦੇ ਵਿੱਚ, ਤਾਂ ਉਹ ਕਹਿੰਦੇ ਵੀ ਤੁਹਾਡਾ ਦੁਸ਼ਮਣ ਨੰਬਰ 1 ਕੌਣ ਆ? ਉਹ ਕਹਿੰਦੇ 2 ਆ, ਇਸਲਾਮ ਤੇ ਸਿੱਖ। ਇਹ ਅਰਵਿੰਦ ਪਾਲ ਮੰਡੇਰ ਦੀ ਇੱਕ ਕਿਤਾਬ ਆ 2009 ਚ ਲਿਖੀ ਹੋਈ, ਸਪੈਕਟਰ ਆਫ ਦੀ ਵੈਸਟ। ਸਪੈਕਟਰ ਤੋਂ ਮਤਲਬ ਦੂਤ, ਵੈਸਟ ਦਾ ਜਿਹੜਾ ਦੂਤ ਹੈ ਉਹ ਛਾਇਆ ਹੋਇਆ ਦੁਨੀਆ ਦੇ ਵਿੱਚ। ਔਰ ਉਹ ਕਹਿੰਦੇ ਆ ਵੀ ਇੱਕੋ ਧਰਮ ਹੈ ਜਿਸ ਦੇ ਵਿੱਚ ਕੋਈ ਪੋਟੈਂਸ਼ੀਅਲ ਆ, ਉਹ ਕ੍ਰਿਸਚੈਨਿਟੀ। ਔਰ ਇੱਕੋ ਜ਼ਬਾਨ ਹੈ ਦੁਨੀਆ ਦੀ ਜਿਹੜੀ ਕਿ ਦੁਨੀਆ 'ਚ ਬੋਲੀ ਜਾ ਸਕਦੀ ਹੈ, ਉਹ ਹੈਗੀ ਇੰਗਲਿਸ਼। ਬਾਕੀ ਕੋਈ ਜ਼ਬਾਨ ਦਾ ਹੱਕ ਨਹੀਂ, ਬਾਕੀ ਕੋਈ ਧਰਮ ਦਾ ਹੱਕ ਨਹੀਂ, ਬਾਕੀ ਕੋਈ ਕਲਚਰ ਦਾ ਹੱਕ ਨਹੀਂ ਕਿ ਇਸ ਦੁਨੀਆ 'ਚ ਐਗਜ਼ਿਸਟ ਹੋ ਸਕੇ। ਖਾਲਸਾ ਜੀ, ਮਾਫ ਕਰਨਾ, ਲੜਾਈ ਆਈਡੀਆਜ਼ ਦੀ ਆ, ਲੜਾਈ ਸ਼ਬਦ ਦੀ ਆ। ਇਸ ਸ਼ਬਦ ਦੀ ਲੜਾਈ ਨੂੰ ਸ਼ਬਦ ਦੇ ਨਾਲ ਹੀ ਨਜਿੱਠਿਆ ਜਾਓ। ਮੇਰੀ ਹੁਣੇ ਇੱਕ ਕਿਤਾਬ ਆਈ ਆ, ਉਸ ਦਾ ਮੈਂ ਜਵਾਬ ਦਿੱਤਾ, ਔਰ ਉਹ ਹੈਗੀ ਆ ਕਿ ਵੈਸਟਰਨ ਜਿਹੜੀਆਂ ਰਾਈਟਿੰਗਸ ਆ ਉਹਦਾ ਆ ਜਵਾਬ ਹੈ ਸਾਡੇ ਕੋਲ। ਤੋ ਜੇ ਅਸੀਂ ਜਵਾਬ ਨਹੀਂ ਦੇਵਾਂਗੇ, ਜੇ ਅਸੀਂ ਲਿਖ ਨਹੀਂ ਸਕਾਂਗੇ, ਜੇ ਅਸੀਂ ਉਸ ਨੂੰ ਪੜ੍ਹ ਨਹੀਂ ਸਕਾਂਗੇ, ਤਾਂ ਅਵੇਸਲੇ ਰਹਿ ਜਾਵਾਂਗੇ, ਸੁੱਤੇ ਰਹਿ ਜਾਵਾਂਗੇ, ਵਾਇਰਸ ਸਾਨੂੰ ਖਾ ਜਾਏਗਾ। ਮਾਫ ਕਰਨਾ, ਜੋ ਮੈਂ ਗੱਲ ਕਹੀ ਸੀ, 0.5% ਆਪਣੇ ਬਜਟ ਦਾ ਜ਼ਰੂਰ ਕਿਤਾਬਾਂ ਖਰੀਦਿਆ ਕਰੋ। ਮੁਫਤ ਨਾ ਲਿਓ, ਮੁਫਤ ਲਿੱਤੀ ਕਿਤਾਬ ਕੋਈ ਪੜ੍ਹਦਾ ਨਹੀਂ। ਮੈਂ ਅੱਜ ਤੱਕ ਕਿਸੇ ਨੂੰ ਮੁਫਤ ਕਿਤਾਬ ਨਹੀਂ ਦਿੱਤੀ, ਮੈਂ ਨਹੀਂ ਦਿੰਦਾ। ਮੈਨੂੰ ਪਤਾ ਕਿ ਜਿਹੜਾ ਮੁਫਤ ਲੈ ਜਾਏਗਾ ਕਦੇ ਨਹੀਂ ਪੜ੍ਹੇਗਾ। ਮੈਂ ਸੱਚ ਕਹਿ ਰਿਹਾ, ਝੂਠ ਕਹਿ ਰਿਹਾ? ਠੀਕ ਕਹਿ ਰਿਹਾ ਨਾ? ਤੋ ਕਿਤਾਬਾਂ ਖਰੀਦੋ। ਤੁਹਾਡੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਡੈਡੀ ਨੇ $30 ਦੀ ਇਹ ਕਿਤਾਬ ਲਈ ਆ, ਉਸ ਨੂੰ ਅਹਿਸਾਸ ਹੋਏਗਾ, ਉਹ ਜ਼ਰੂਰ ਉਸ ਦੇ ਵਰਕੇ ਫਰੋਲੇਗਾ। ਜੇ ਉਹਨੂੰ ਪਤਾ ਹੋਵੇ ਵੀ ਮੇਰੇ ਡੈਡੀ ਨੂੰ ਗੁਰਦੁਆਰੇ 'ਚੋਂ ਫ੍ਰੀ ਮਿਲੀ ਆ, ਬਿਲਕੁਲ ਨਹੀਂ ਪੜ੍ਹੇਗਾ, ਉਹ ਫੋਟੋ ਵੀ ਨਹੀਂ ਦੇਖੇ। ਤੋ ਇਸ ਕਰਕੇ ਅੱਜ ਦੇ ਯੁੱਗ ਦੀ ਜਿਹੜੀ ਲੜਾਈ ਹੈ, ਉਹ ਮਤਲਬ ਤਲਵਾਰ ਤੇ ਬੰਬ ਨਾਲੋਂ ਜ਼ਿਆਦਾ ਜ਼ਬਰਦਸਤ ਜਿਹੜੀ ਲੜਾਈ ਆ, ਉਹ ਇੰਟੈਲੈਕਟ ਦੀ ਲੜਾਈ ਆ। ਗੁਰੂ ਨਾਨਕ ਨੇ ਇੰਟੈਲੈਕਟ ਦੀ ਲੜਾਈ, ਗੁਰੂ ਨਾਨਕ ਨੇ ਇੱਕ ਐਸੀ ਕੌਮ ਵਿਦਿਆ ਵਿਚਾਰ ਦੀ, ਵਿਚਾਰੀ ਨਹੀਂ ਐਵੇਂ ਜਿਵੇਂ ਕਹੋ ਵਿਚਾਰੀ ਆ, ਵਿਚਾਰੀ ਐ ਨਹੀਂ ਹੈ। ਵਿਚਾਰ ਤੋਂ ਮਤਲਬ, ਆਈਡੀਆ ਤੋਂ ਮਤਲਬ, ਇਨਫੋਰਮੇਸ਼ਨ ਤੋਂ ਮਤਲਬ, ਨੌਲੇਜ ਤੋਂ ਮਤਲਬ। ਵਿਦਿਆ ਵਿਚਾਰ ਦੀ ਹੈ। ਵਿਚਾਰ ਤਾਂ ਹੀ ਆਏਗਾ ਜੇ ਉਸ ਨੂੰ ਪੜ੍ਹੋਗੇ। ਜੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੀ ਨਹੀਂ, ਉਹਦੇ ਨਾਲ ਕਾਹਦਾ ਡਾਇਲੋਗ ਹੋਊ? ਕੀ ਰਿਸ਼ਤਾ ਬਣੂ ਗੁਰੂ ਗ੍ਰੰਥ ਸਾਹਿਬ ਦੇ ਨਾਲ? ਗੁਰੂ ਗ੍ਰੰਥ ਸਾਹਿਬ ਲਿਵਿੰਗ ਕਾਰਪੋਰੇਟ ਗੁਰੂ ਆ, ਜ਼ਿੰਦਾ ਗੁਰੂ ਆ। ਉਹਨੂੰ ਜੇ ਬੋਲੋਗੇ, ਉਹਦੇ ਨਾਲ ਡਾਇਲੋਗ ਕਰੋਗੇ ਤਾਂ ਹੀ ਗੱਲ ਬਣੂ। ਉਈਓ ਕਹਿਤਾ ਦਰਬਾਰ ਸਾਹਿਬ 'ਚ ਮੇਰੇ ਨਾਂ ਤੇ 101 ਪਾਠ, ਫਲਾਣਾ ਸਾਧ ਕਰਾ ਰਿਹਾ 1001 ਪਾਠ, ਮਤਲਬ ਹੋ ਰਹੇ, ਪਤਾ ਨਹੀਂ ਕਿੱਥੇ ਹੋ ਰਹੇ ਕਿ ਨਹੀਂ। ਪਾਠ ਨਹੀਂ ਹੁੰਦੇ। ਰਾਤ ਨੂੰ ਭਾਈ ਕੋਕਾ ਕੋਲਾ ਪਾ ਕੇ ਸੌਂ ਜਾਂਦਾ, ਉਹ ਇਕੱਠਾ ਹੀ ਮਾਰਦਾ ਉਧਰ ਨੂੰ। ਸਮਝੇ ਕਿ ਨਹੀਂ? ਮਾਫ ਕਰਨਾ ਪਲੀਜ਼, ਮਾਈਂਡ ਨਾ ਕਰਨ ਜੇ ਇੱਥੇ ਬੈਠੇ ਹੋ, ਕੱਲ ਨੂੰ ਮੈਨੂੰ ਘੇਰ ਲੈਣਾ ਉੱਥੇ ਜਾਂਦੇ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ, ਪੜ੍ਹੋ, ਪੜ੍ਹ ਕੇ ਉਸ 'ਤੇ ਵਿਚਾਰ ਕਰੋ ਔਰ ਉਸ ਤੋਂ ਸਵਾਲਾਂ ਦੇ ਜਵਾਬ ਲਓ। ਰਤਨ ਸਿੰਘ ਭੰਗੂ ਨੇ ਇੱਕ ਬਹੁਤ ਹੀ ਕਮਾਲ ਦੀ ਗੱਲ ਲਿਖੀ ਹੈ ਪੰਥ ਪ੍ਰਕਾਸ਼ 'ਚ। ਹੋਰ ਉਹ ਕੀ ਗੱਲ ਲਿਖੀ? ਸਿੱਖਾਂ 'ਤੇ ਪੀੜ ਪੈ ਗਈ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ। ਤਾਂ ਕੀ ਹੋਇਆ ਕਿ ਉਹਨਾਂ ਨੇ ਅਕਾਲ ਪੁਰਖ ਅੱਗੇ, ਗੁਰੂ ਗ੍ਰੰਥ ਸਾਹਿਬ ਅੱਗੇ ਖੜੇ ਹੋ ਕੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ, ਜੇ ਪੰਥ ਹੀ ਨਾ ਰਿਹਾ ਤਾਂ ਗ੍ਰੰਥ ਕਿੱਥੇ ਰਹੂ? ਤਾਂ ਜਵਾਬ ਆ ਗਿਆ, ਜਵਾਬ ਆ ਗਿਆ ਕਿ ਖੜੇ ਹੋਵੋ, ਇਸ ਦੁਨੀਆ ਤੁਹਾਡੇ ਜਿੱਤ ਨੂੰ ਪਈ ਹੈ। This world you have to win. This world you have to win with ideas, with intellect, with ਸ਼ਬਦ ਦੇ ਨਾਲ। ਸ਼ਬਦ ਗੁਰੂ ਹੈ। ਸ਼ਬਦ ਗੁਰੂ ਕਿੰਨਾ ਸਟ੍ਰੈਸ ਦਿੱਤਾ, ਕਿੰਨੀ ਵੈਰੀ ਗੱਲ ਕਹੀ ਆ, ਬਾਰ-ਬਾਰ ਗੱਲ ਕਹੀ ਆ, ਸਿੱਖ ਸੁਣ ਲਾ, ਸਿੱਖਾ ਸੁਣ ਲਾ, ਸ਼ਬਦ ਗੁਰੂ ਆ। ਸ਼ਬਦ ਦੇ ਉੱਤੇ ਵਿਚਾਰ ਕਰ ਲਾ, ਸਮਝੇ ਕਿ ਨਹੀਂ? ਸ਼ਬਦ ਨੂੰ ਆਪਣੇ ਆਪ 'ਚ ਸਮੋ ਲਾ, ਫੇਰ ਹੀ ਖਾਲਿਸਤਾਨ ਬਣੂਗਾ। ਜੇ ਸ਼ਬਦ ਤੋਂ ਬਗੈਰ ਖਾਲਿਸਤਾਨ ਬਣਿਆ, ਉਹ ਬੇਕਾਰ ਹੋਏਗਾ। ਖਾਲਿਸਤਾਨ ਲੈ ਲਓ, ਸਵਰੈਨਿਟੀ, ਸਮਝੇ ਕਿ ਨਹੀਂ? ਮਰੇ ਹੋ ਤੁਸੀਂ ਉਸ ਦੇ ਲਈ, ਖੂਨ ਬਹਾਇਆ ਬੱਚਿਆਂ ਨੇ।